टाइम शो का दूजा भाग लैके असीं तुहाडी सेवा च हाज़र हो गए जी दोबारा। मैं टोरंटो स्टूडियो तो हरजीत सिंह गिल ते मेरे नाल हर रोज़ की तरह जुड़ गए ने चंडीगढ़ स्टूडियो तो सुशील दसांझरी ते असीं दोनों जाने मिल के कुछ खबरां ते करांगे गल्लां बातां। सुशील होरां दा विश्लेषण लवांगे, कुछ न्यूज़ जिहड़ियां ने भारत दियां, पंजाब दियां और जिहड़ियां भी करंट टॉपिक ने उन्हां ते गलबात करन दी करांगे कोशिश। सो सब तो पहलां दसांझ साहब तुहाडा स्वागत जी, जी आयां नूं। बहुत शुक्रिया जी हरजीत गिल जी। टीवी पंजाबी दुनिया के सारे दर्शकों का भी चंडीगढ़ स्टूडियो तो बहुत बहुत स्वागत है जी। जी हरजीत गिल जी। सब तो पहला तुसीं उस खबर का नोटिस लिया आ अमेरिका दे विच जिहड़ा तूफान है ਉਹਦੇ ਨਾਲ काफ़ी ਵੱਡੀ तबाही हुई आ। पिछले दिनी लुजियाना वगैरह ਦੇ ਵਿੱਚ ਵੀ ਇਸ ਤਰ੍ਹਾਂ ਦਾ ਹੋਇਆ। ਇਹ अमेरिका ਦਾ ਇਸ ਏਰੀਆ ਦੇ ਵਿੱਚ ਜਿਹੜੇ ਟਰਨਾਡੋ ਵਗੈਰਾ ਨੇ ਬੜੀ ਵੱਡੀ ਪੱਧਰ ਤੇ ਹਰ ਸਾਲ ਆਉਂਦੇ ਨੇ, ਬੜਾ ਜਾਨੀ ਨੁਕਸਾਨ ਵੀ ਹੁੰਦਾ। बड़े मुल्कों ने कोशिश की आ कि समुंदर के कंढियां ते अगे भी एक दिन डॉक्टर शारदा नाल गल कर रहे थे कि कुछ ऐसिया रोकां लाइया जान कि घट्टो घट्ट वो पानी जिहड़ा आ वो लोगों का नुकसान ना कर सके। बाकी जिहड़ी तूफान हनेरी आउंदी आ जिन्होंने पंजाबी च आपां वाव रोले कहने आ वो तो रोकने शायद संभव नहीं आ। पर यह खिता कुछ इहो जिहा अमेरिका च जिथे हर साल बड़े इस तरह के आउंदे आ। पर मैं हैरान होना ना कि इन्हां दे नाम बड़े सोहणे सोहणे रखे हुंदे आ। ਇਹਦਾ नाम पहली बार ईडा तूफान सुनिया, नहीं तो कटरीना ਜਾਂ इस तरह के नाम ਇਹਦੇ हमेशा रखे हुंदे आ जिथे काफ़ी सारा ये नुकसान जिहड़ा है कर जांदे आ जी। काफी बड़ा नुकसान है, खास तौर से हजे पता नहीं मौतों की तादाद कितनी बढ़ेगी। नियर अबाउट 6 करोड़ के करीब लोग ये तो प्रभावित ने। 3 लाख के करीब लोग जिहड़े आ बेघर हो गए ने जो दसे जा रहे हैं। तो शुरुआती रिपोर्टां यही है कि जिद्दां तुसीं जिक्र किया पहला ये टकराया कि लुजियाना दे नाल 4 दिन पहला तूफान, फिर ये हौली हौली बाकी स्टेट्स ਵੱਲ ਵਧਿਆ, न्यूयॉर्क ਵੱਲ ਵਧਿਆ, ਪੈਂਸਿਲਵੇਨੀਆ ਵੱਲ ਵਧਿਆ ਤੇ ਸਭ ਤੋਂ ਜ਼ਿਆਦਾ ਨੁਕਸਾਨ ਇਹਨੇ ਹੁਣ ਨਿਊਯਾਰਕ 'ਚ ਕੀਤਾ। ਮੀਂਹ ਦਾ ਖਾਸ ਤੌਰ ਦੇ ਉੱਤੇ ਰਿਕਾਰਡ ਜਿਹੜਾ ਜੋ ਦੱਸਿਆ ਗਿਆ ਵੀ 400 ਸਾਲਾਂ ਦਾ ਰਿਕਾਰਡ ਜਿਹੜਾ ਤੋੜ ਦਿੱਤਾ ਮੀਂਹ ਦਾ ਨਿਊਯਾਰਕ ਦੇ ਵਿੱਚ ਖਾਸ ਤੌਰ ਤੇ। ਤੇ ਸੜਕਾਂ ਐ ਜਿਵੇਂ ਨਦੀਆਂ ਬਣ ਗਈਆਂ ਹੋਣ ਤੇ ਸਾਰਾ ਕੁਝ ਹੀ ਯਾਨੀ ਤਬਾਹੀ ਵੱਲ ਹੈ। ਨਿਊ ਜਰਸੀ ਦੇ ਵਿੱਚ 14 ਦੇ ਕਰੀਬ ਲੋਕ ਮਰੇ ਨੇ। ਕੁੱਲ ਮਿਲਾ ਕੇ 50 ਦੇ ਕਰੀਬ ਮੌਤਾਂ ਦੱਸੀਆਂ ਗਈਆਂ। ਮੌਤਾਂ ਦੀ ਤਾਦਾਦ ਹੋਰ ਵੀ ਵੱਧ ਸਕਦੀ ਹੈ। ਸੋ ਇਹ ਠੀਕ ਹੈ ਗੱਲ ਤੁਹਾਡੀ। ਇੱਕ ਤਾਂ ਇਹ ਕਾਰਨਾਂ ਦੇ ਵਿੱਚ ਵੀ ਲੱਥਣਾ ਪਏਗਾ ਥੋੜਾ ਬਹੁਤ ਵੀ ਇੰਨੇ ਤੂਫਾਨ ਲਗਾਤਾਰ ਕਿਉਂ ਆਉਂਦੇ ਆ। ਕਿਤੇ ਇਸ ਤਰ੍ਹਾਂ ਦੇ ਤੂਫਾਨ ਆਉਂਦੇ ਨੇ, ਕਿਤੇ ਜੰਗਲਾਂ ਦੇ ਵਿੱਚ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਅੱਗ ਲੱਗ ਜਾਂਦੀ ਹੈ। ਖਾਸ ਤੌਰ ਤੇ ਅਮਰੀਕਾ ਤੋਂ ਹੀ ਇੱਦਾਂ ਦੀਆਂ ਬਹੁਤੀਆਂ ਖਬਰਾਂ ਆਉਂਦੀਆਂ। ਕੈਲੀਫੋਰਨੀਆ ਇਲਾਕੇ 'ਚ ਜੰਗਲਾਂ 'ਚ ਲਗਾਤਾਰ ਅੱਗ ਲੱਗਦੀ, ਹਰ ਸਾਲ ਹੀ ਲੱਗਦੀ ਹੈ। ਬਹੁਤ ਵੱਡਾ ਨੁਕਸਾਨ ਹੁੰਦਾ ਤੇ ਇਹਦੇ ਕੋਈ ਕੁਦਰਤੀ ਕਾਰਨ ਵੀ ਨੇ। ਕੁਦਰਤ ਦੇ ਨਾਲ ਜਿਸ ਤਰ੍ਹਾਂ ਦਾ ਖਿਲਵਾੜ ਅਸੀਂ ਕਰਦੇ ਹਾਂ ਤੇ ਜਿਵੇਂ ਮਨੁੱਖ ਦੀ ਲਾਲਸਾ ਹੈ ਤੇ ਲਾਲਸਾ ਨੇ ਧਰਤੀ ਨੂੰ ਵੀ ਜਿਹੜਾ ਆ ਛੇਕਣਾ ਸ਼ੁਰੂ ਕੀਤਾ ਹੋਇਆ ਤੇ ਫਿਰ ਕੁਦਰਤ ਦਾ ਇੱਕ ਰਿਐਕਸ਼ਨ ਵੀ ਹੁੰਦਾ ਹੈ। ਦੂਜੀ ਗੱਲ ਪ੍ਰਬੰਧਾਂ ਦਾ ਮਾਮਲਾ ਹੈ ਤੇ ਅੱਤ ਆਧੁਨਿਕ ਸਮਾਜ ਵਿੱਚ ਰਹਿੰਦੇ ਹੋਏ ਜਾਂ ਅੱਤ ਆਧੁਨਿਕ ਦੌਰ ਦੇ ਵਿੱਚ ਰਹਿੰਦੇ ਹੋਏ ਵੀ ਹਾਲੇ ਵੀ ਇਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਨਹੀਂ ਕੀਤੇ ਜਾ ਸਕੇ ਕਿ ਇਸ ਤਰ੍ਹਾਂ ਦੀ ਜਦੋਂ ਤਬਾਹੀ ਆਉਂਦੀ ਹੈ ਤਾਂ ਉਹਦਾ ਮੁਕਾਬਲਾ ਇਸ ਢੰਗ ਨਾਲ ਕੀਤਾ ਜਾਏ ਕਿ ਨੁਕਸਾਨ ਦੀ ਸ਼ਿੱਦਤ ਜਿਹੜੀ ਹੈ ਉਹ ਘੱਟ ਤੋਂ ਘੱਟ ਹੋਵੇ। ਸੋ ਅਮਰੀਕਾ ਹੋਵੇ ਜਾਂ ਦੁਨੀਆ ਦਾ ਕੋਈ ਵੀ ਖਿੱਤਾ ਹੋਵੇ ਜਿੱਥੇ ਕਿਤੇ ਵੀ ਇਸ ਤਰ੍ਹਾਂ ਦੇ ਤਬਾਹੀ ਦੇ ਮੰਜ਼ਰ ਦਿਖਾਈ ਦਿੰਦੇ ਆ ਤਾਂ ਫਿਰ ਇੱਕ ਵਾਰ ਘੱਟੋ ਘੱਟ ਜਿਹੜਾ ਉਹ ਬੰਦਾ ਆ ਜਿਹੜਾ ਬੰਦਾ ਜਿਹਦੀ ਮੈਂ ਲਾਲਸਾ ਦੀ ਗੱਲ ਕੀਤੀ ਹੈ, ਜਿਹੜੀ ਉਹ ਕਾਰਪੋਰੇਟ ਘਰਾਣੇ ਹੈ ਜਿਵੇਂ ਉਹਨਾਂ ਦਾ ਕਬਜ਼ਾ ਲਗਾਤਾਰ ਕੁਦਰਤੀ ਜਿਹੜੇ ਸਰੋਤ ਹੈ ਉਹਨਾਂ ਤੇ ਹੁੰਦਾ ਜਾ ਰਿਹਾ, ਉਹਦੀ ਐਕਸਪਲੈਟੇਸ਼ਨ ਉਹ ਕਰਦੇ ਆ ਤੇ ਉਹ ਤਾਂ ਸ਼ਾਇਦ ਹੀ ਇਹਦੇ ਬਾਰੇ ਸੋਚਦੇ ਹੋਣ। ਪਰ ਆਮ ਬੰਦੇ ਨੂੰ ਜ਼ਰੂਰ ਲੱਗਦਾ ਹੈ ਕਿ ਕੀ ਹੋ ਰਿਹਾ ਮੇਰੇ ਨਾਲ। ਸੋ ਇਹਦੇ ਤੇ ਸਰਕਾਰਾਂ ਨੂੰ ਸ਼ਾਇਦ ਥੋੜਾ ਜਿਹਾ ਜ਼ਿਆਦਾ ਚਿੰਤਨਸ਼ੀਲ ਹੋਣ ਦੀ ਜ਼ਰੂਰਤ ਹੈ, ਖਾਸ ਤੌਰ ਤੇ ਵਿਕਸਿਤ ਮੁਲਕਾਂ ਦੀਆਂ ਸਰਕਾਰਾਂ। ਅਮਰੀਕਾ ਵਰਗੀ ਮੁਲਕ ਦੀ ਜਿਹੜੀ ਸਰਕਾਰ ਹੈ ਉਹਨੂੰ ਇੱਥੇ ਜ਼ਰੂਰ ਰੀਥਿੰਕ ਕਰਨਾ ਚਾਹੀਦਾ ਹੈ ਵੀ ਇਹ ਮਸਲਾ ਕੇਵਲ ਅਮਰੀਕਾ ਦਾ ਨਹੀਂ ਹੈ, ਇਹ ਧਰਤੀ ਦਾ ਮਸਲਾ ਆ, ਧਰਤੀ ਦੇ ਪੌਣ ਪਾਣੀ ਦਾ ਮਸਲਾ ਆ। ਤੇ ਜਿਸ ਤਰ੍ਹਾਂ ਦੀ ਇਹ ਪੌਣ ਪਾਣੀ ਦੇ ਵਿੱਚ ਤਬਦੀਲੀ ਹੈ ਪਿਛਲੇ 1 ਸਦੀ ਦੇ ਵਿੱਚ 1 ਡਿਗਰੀ ਜਿਹੜਾ ਆ ਤਾਪਮਾਨ ਧਰਤੀ ਦਾ ਵੱਧ ਗਿਆ ਤੇ ਹਾਲੇ ਹੋਰ ਜ਼ਿਆਦਾ ਖਤਰਨਾਕ ਹੱਦ ਤੱਕ ਜਾਏਗਾ। ਓਜ਼ੋਨ ਦੀ ਜਿਹੜੀ ਪਰਤ ਹੈ ਉਹ ਵੀ ਬਹੁਤ ਪਤਲੀ ਪੈਂਦੀ ਜਾ ਰਹੀ ਹੈ ਤੇ ਕਈ ਖਤਰੇ ਨੇ ਸਾਡੇ ਸਾਹਮਣੇ, ਪਰ ਹਾਲੇ ਸ਼ਾਇਦ
ਇਦਾਂ ਸੋਚ ਨਹੀਂ ਰਿਹਾ ਮਨੁੱਖ ਨੂੰ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਜੀ। ਬਿਲਕੁਲ ਦਸਾਂਝ ਸਾਹਿਬ, ਲੱਗਦੀ ਵਾ ਸਰਕਾਰਾਂ ਕੋਸ਼ਿਸ਼ ਕਰਦੀਆਂ ਨੇ, ਪਰ ਕਈ ਵਾਰ ਕੁਦਰਤੀ ਆਫਤਾਂ ਜਿਹੜੀਆਂ ਨੇ, ਜਿਸ ਤਰ੍ਹਾਂ ਦੇ ਆਪਾਂ ਇਹ ਟਰਨਾਡੋ ਵਗੈਰਾ ਕਹਿ ਰਹੇ ਹਾਂ, ਇਹਨਾਂ ਨੂੰ ਕੰਟਰੋਲ ਕਰ ਸਕਣਾ ਸੰਭਵ ਨਹੀਂ ਹੁੰਦਾ। ਹਾਲਾਂਕਿ ਪਹਿਲਾਂ ਚੇਤਾਵਨੀ ਜ਼ਰੂਰ ਦੇ ਦਿੱਤੀ ਜਾਂਦੀ ਆ, ਪਰ ਕਿਤੇ ਨਾ ਕਿਤੇ ਅਜੇ ਜਿਹੜੀ ਆ ਇੰਨੀ ਐਡਵਾਂਸਮੈਂਟ ਆਪਾਂ ਕਹਿ ਲਈਏ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਰੋਕ ਕੇ ਉੱਥੇ ਸਮੁੰਦਰ ਦੇ ਵਿੱਚ ਹੀ ਇਹਨੂੰ ਕਿਤੇ ਦਬਾ ਦਿੱਤਾ ਜਾਵੇ ਕਿ ਬਾਹਰ ਜਿਹੜੀ ਵਸੋਂ ਵਾਲੇ ਇਲਾਕੇ ਉੱਥੇ ਨਾ ਪਹੁੰਚ ਸਕਣ। ਸੋ ਦੂਜੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਅਸੀਂ ਲੌਂਗ ਵੀਕਐਂਡ ਚੋਂ ਨਿਕਲ ਰਹੇ ਹਾਂ ਜੀ। ਹੁਣ ਅੱਜ ਤੋਂ ਸਾਡਾ ਲੇਬਰ ਡੇ ਲੌਂਗ ਵੀਕਐਂਡ ਸ਼ੁਰੂ ਹੋ ਗਿਆ। ਲੌਂਗ ਵੀਕਐਂਡ ਨੂੰ ਇੱਥੇ ਬੜਾ ਖੁਸ਼ ਹੋ ਕੇ ਲੋਕ ਮਨਾਉਂਦੇ ਨੇ, ਕਿਉਂਕਿ ਲਗਾਤਾਰ ਕੰਮਾਂ ਦਾ ਇੱਥੇ ਚੱਲਣ ਹੈ। ਭਾਰਤ ਵਾਂਗੂ ਨਹੀਂ ਹੈ ਕਿ ਬੰਦਾ ਕੰਮ ਭਾਵੇਂ ਕਰਦਾ ਹੈ, ਪਰ ਇੱਥੇ ਜਿਹੜੀ ਕੰਮਾਂ ਦੀ ਵੀ ਟੈਨਸ਼ਨ ਹੁੰਦੀ ਆਪਣੇ ਆਪ 'ਚ। ਲਗਾਤਾਰ 5 ਦਿਨ ਕੰਮ ਤੇ ਬੰਦਾ ਭਾਵੇਂ ਕੋਈ ਜੌਬ ਕਰਦਾ ਹੈ, ਚਾਹੇ ਉਹ ਕੋਈ ਵਾਈਟ ਕਲਰ ਜੌਬ ਵੀ ਕਰਦਾ ਆ, ਕੋਈ ਚੇਅਰਮੈਨ ਵੀ ਹੋਵੇ ਕਿਸੇ ਕੰਪਨੀ ਦਾ, ਤੇ ਜਦੋਂ ਸਵਾਲ ਪੁੱਛਿਆ ਜਾਂਦਾ ਵੀ ਉਹ ਕਿੱਥੇ ਨੇ, ਤੇ ਕਹਿੰਦੇ ਉਹ ਕੰਮ ਤੇ ਆ। ਤੇ ਕੰਮ ਤੇ ਮਤਲਬ ਵਰਕ ਤੇ ਹੋਣਾ ਇੱਥੋਂ ਦਾ ਕਲਚਰ ਹੈ। ਤੇ ਜਦੋਂ ਵਰਕ ਤੋਂ ਥੋੜੀ ਜਿਹੀ ਬ੍ਰੇਕ ਮਿਲਦੀ ਆ ਤੇ ਲੋਕ ਕਾਫੀ ਰਿਲੈਕਸ ਵੀ ਮਹਿਸੂਸ ਕਰਦੇ ਆ। ਪਰ ਜਿਹੜਾ ਇਹ ਲੇਬਰ ਡੇ ਆ, ਆਮ ਦੁਨੀਆ ਦੇ ਵਿੱਚ 1 ਮਈ ਮਨਾਇਆ ਜਾਂਦਾ ਹੈ, ਪਰ ਇੱਥੇ ਸਾਡੇ ਮੁਲਕਾਂ 'ਚ 3 ਸਤੰਬਰ ਨੂੰ ਲੇਬਰ ਡੇ ਮੰਨਿਆ ਜਾਂਦਾ ਹੈ। ਹੁਣੇ ਮੇਰੇ ਨਾਲ ਡਾਕਟਰ ਨਾਥ ਸੀਗੇ, ਉਹਦੇ ਪਿਛੋਕੜ ਬਾਰੇ ਕਾਫੀ ਕੁਝ ਦੱਸ ਕੇ ਗਏ ਆ। ਸੋ ਲੇਬਰ ਦੇ ਸੰਬੰਧ ਵਿੱਚ ਜਦੋਂ ਗੱਲ ਹੁੰਦੀ ਆ ਤਾਂ ਫਿਰ ਉੱਥੇ ਭਾਵੇਂ ਲੇਬਰ ਡੇ ਦੀ ਡੇਟ ਕੋਈ ਵੀ ਹੋਵੇ, ਚੰਗਾ ਲੱਗਦਾ ਹੈ ਕਿ ਮਜ਼ਦੂਰਾਂ ਨੂੰ ਕਿਤੇ ਨਾ ਕਿਸੇ ਤਰੀਕੇ ਨਾਲ ਜਿਹੜਾ ਇਹ ਸਿਸਟਮ ਹੈ ਉਹ ਰਿਕੋਗਨਾਈਜ਼ ਕਰਦਾ ਜੀ। ਬਿਲਕੁਲ, ਵੈਸੇ ਤਾਂ ਹਰ ਦਿਨ ਹੀ ਕਿਰਤੀ ਦਾ, ਹਰ ਦਿਨ ਮਜ਼ਦੂਰ ਦਾ ਹੈ, ਪਰ ਇਹ ਆ ਵੀ ਕੁਝ ਦਿਨ ਜਿਹੜੇ ਆ ਜਿਹਨਾਂ ਨੂੰ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ, ਉਹ ਇੱਕ ਪ੍ਰਤੀਕ ਬਣ ਜਾਂਦੇ ਆ। ਜਿੱਦਾਂ 3 ਸਤੰਬਰ ਦਾ ਤੁਸੀਂ ਜ਼ਿਕਰ ਕੀਤਾ, 1 ਮਈ ਦਾ ਜ਼ਿਕਰ ਕੀਤਾ, ਤੇ ਫਿਰ ਉਹ ਜਿਹੜੇ ਸਿੰਬੋਲਿਕਲੀ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਤੇ ਉਹ ਰੀਲ ਵੀ ਘੁੰਮਦੀ ਹੁੰਦੀ ਹੈ ਲਾਜ਼ਮੀ ਤੌਰ ਦੇ ਉੱਤੇ। ਜੇ ਲੇਬਰ ਡੇ ਹੈ ਤਾਂ ਲੇਬਰ ਦੀ ਕੀ ਹਾਲਤ ਹੈ, ਲੇਬਰ ਦਾ ਕੀ ਵਰਤਮਾਨ ਹੈ, ਲੇਬਰ ਦਾ ਕੀ ਭਵਿੱਖ ਹੈ। ਲੇਬਰ ਦੇ ਨਾਂ ਤੇ ਬਹੁਤ ਸਾਰੀਆਂ ਪਾਰਟੀਆਂ ਵੀ ਬਣਦੀਆਂ, ਲੇਬਰ ਪਾਰਟੀ ਵੀ ਬਣਦੀ ਹੈ। ਕਿੰਨਾ ਕੁ ਲੇਬਰ ਦੇ ਪ੍ਰਤੀ ਜਿਹੜੀ ਹੈ ਉਹ ਸੁਹਿਰਦ ਹੁੰਦੀਆਂ ਜਾਂ ਨਹੀਂ ਹੁੰਦੀਆਂ, ਇੱਦਾਂ ਦੀ ਮੈਨੂੰ ਲੱਗਦਾ ਇੱਕ ਚਿੰਤਨ ਵੀ ਨਾਲ ਨਾਲ ਜ਼ਰੂਰ ਚੱਲਣਾ ਚਾਹੀਦਾ। ਪਰ ਲੌਂਗ ਵੀਕਐਂਡ ਤੁਸੀਂ ਦੱਸ ਰਹੇ ਹੋ ਤੇ ਲੋਕਾਂ ਨੇ, ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਥੱਕੇ ਹਾਰੇ ਟੁੱਟੇ ਜਿਹੜੇ ਸਾਰਾ ਦਿਨ ਕੰਮ ਕਰਦੇ ਨੇ, ਉਹਨਾਂ ਨੂੰ ਲੱਗਦਾ ਕਿ ਲੌਂਗ ਵੀਕਐਂਡ ਹੈ ਤੇ ਲਾਈਫ ਦੇ ਵਿੱਚ ਇੱਕ ਇੰਜੋਏ ਵੀ ਚਾਹੀਦਾ, ਆਨੰਦ ਦੀ ਪ੍ਰਾਪਤੀ ਵੀ ਚਾਹੀਦੀ ਹੈ। ਸੋ ਠੀਕ ਹੈ, ਹਰ ਵਿਅਕਤੀ ਦਾ ਆਪੋ ਆਪਣਾ ਤਰੀਕਾ ਹੈ ਤੇ ਹੋਣਾ ਵੀ ਚਾਹੀਦਾ ਹੈ। ਜ਼ਿੰਦਗੀ ਜਿਹੜੀ ਹੈ ਕੋਈ ਨੀਰਸ ਕਿਸਮ ਦੀ ਜ਼ਿੰਦਗੀ ਦਾ ਮਤਲਬ ਜ਼ਿੰਦਗੀ ਨਹੀਂ ਹੁੰਦਾ। ਜ਼ਿੰਦਗੀ ਕੋਈ ਸਿੱਧੀ ਸਾਦੀ ਸੜਕ ਵੀ ਨਹੀਂ ਹੁੰਦੀ। ਜ਼ਿੰਦਗੀ ਦੀ ਸੜਕ ਦੇ ਵਿੱਚ ਬਹੁਤ ਸਾਰੇ ਵਲਵਲੇ ਵੀ ਹੁੰਦੇ ਆ, ਤੇ ਉਹਨਾਂ ਸੜਕਾਂ ਦੇ ਵਿੱਚ ਕੋਈ ਬਹੁਤ ਸਾਰੇ ਇੰਜੋਏ ਕਰਨ ਦੇ ਪਾਰਕ ਵੀ ਬਣੇ ਹੁੰਦੇ ਆ, ਜਿਹੜੇ ਲੋਕ ਵੀਕਐਂਡ ਦੇ ਵਿੱਚ ਜਿਹੜੇ ਕੰਮ ਆਉਂਦੇ ਆ। ਦਸਾਂਝ ਸਾਹਿਬ, ਆਪਾਂ ਭਾਰਤ ਵੱਲ ਪਰਤੀਏ ਤੋਂ ਪਹਿਲਾਂ ਮੈਂ ਅਫਗਾਨਿਸਤਾਨ ਦੇ ਮਾਮਲੇ 'ਚ 2-4 ਗੱਲਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਇੱਕ ਤਾਂ ਗਹਿ-ਗੱਚ ਲੜਾਈ ਕਹਿ ਰਿਹਾ, ਜਿਹੜਾ ਇਲਾਕਾ ਜੇ ਬਚਿਆ ਹੋਇਆ ਸੀ ਉਹਨਾਂ ਕੋਲ ਪੰਜਸ਼ੀਰ ਦਾ ਇਲਾਕਾ ਜਿਹੜਾ ਸੀਗਾ ਉੱਥੇ ਚੱਲ ਰਹੀ ਆ। ਕੁਝ ਕੁ ਖਬਰਾਂ ਇਹ ਆ ਰਹੀਆਂ ਨੇ ਕਿ ਜਿਹੜੇ ਲੜਾਕੂ ਉੱਥੇ ਉਹਨਾਂ ਦਾ ਵਿਰੋਧ ਕਰ ਰਹੇ ਸੀ ਉਹ ਛੱਡ ਕੇ ਮੈਦਾਨ ਭੱਜ ਰਹੇ ਨੇ, ਤੇ ਤਜਾਕਿਸਤਾਨ ਜਾਂ ਕੋਈ ਨਾਲ ਲਗਵਾ ਮੁਲਕ ਹੈ, ਮੈਨੂੰ ਨਹੀਂ ਪਤਾ ਉਹਨਾਂ ਦਾ ਬਾਰਡਰ ਲੱਗਦਾ ਕਿ ਨਹੀਂ, ਉੱਥੋਂ ਤੱਕ ਪਹੁੰਚ ਗਏ ਨੇ। ਮੈਂ ਇੱਕ ਪਾਕਿਸਤਾਨੀ ਰੇਡੀਓ ਤੇ ਸੁਣ ਰਿਹਾ ਸੀ ਕਿ ਉਹ ਬਾਰਡਰ ਨਹੀਂ ਲੱਗਦਾ, ਪਰ ਹੈਰਾਨੀ ਦੀ ਗੱਲ ਹੈ ਕਿ ਉਹ ਲੋਕ ਉੱਥੇ ਪਹੁੰਚੇ ਕਿੱਦਾਂ, ਉਹਨਾਂ ਨੂੰ ਲਾਂਘਾ ਕਿੱਦਾਂ ਮਿਲ ਗਿਆ ਹੋਏਗਾ ਦੂਜੇ ਪਾਸਿਓਂ ਜਾਣ ਦਾ। ਮੈਂ ਐਗਜ਼ੈਕਟਲੀ ਉਹ ਮੈਪ ਵੀ ਨਹੀਂ ਵੇਖ ਸਕਿਆ, ਪਰ ਕੀ ਉੱਥੇ ਜਿਹੜੀਆਂ ਭਾਰਤ ਵਿੱਚ ਕੋਈ ਖਬਰਾਂ ਆ ਰਹੀਆਂ ਨੇ ਕਿ ਉੱਥੇ ਅਜੇ ਲੜਾਈ ਜਾਰੀ ਆ, ਤਾਲਿਬਾਨ ਦਾ ਵਿਰੋਧ ਚੱਲ ਰਿਹਾ ਹੈ, ਜਾਂ ਉਹ ਕਿਸੇ ਤਰ੍ਹਾਂ ਉਹਨਾਂ ਨੇ ਉਹ ਇਲਾਕੇ ਨੂੰ, ਉਸ ਵੈਲੀ ਨੂੰ, ਉਸ ਜਿਹੜਾ ਸੀ ਘਾਟੀ ਆ ਉਹਨੂੰ ਕਬਜ਼ੇ 'ਚ ਕਰ ਲਿਆ ਜੀ? ਨਹੀਂ, ਹਾਲੇ ਨਹੀਂ, ਹਾਲੇ ਉੱਥੇ ਵਿਰੋਧ ਚੱਲ ਰਿਹਾ ਹੈ। ਹੋ ਸਕਦਾ ਹੈ ਕਿ ਕੁਝ ਜਿਹੜੇ ਲੋਕ ਹੋਣ ਉੱਧਰ ਨੂੰ ਲੰਘ ਗਏ ਹੋਣ, ਪਰ ਹਾਲੇ ਵੀ ਉੱਥੇ ਵਿਰੋਧ ਹੈ ਤੇ ਉਹਨਾਂ ਦੇ ਵਿਚਾਲੇ ਗਹਿ ਵਿੱਚ ਲੜਾਈ ਵਾਲੀ ਸਥਿਤੀ ਹੀ ਹੈ। ਭੂਗੋਲਿਕ ਤੌਰ ਦੇ ਉੱਤੇ ਥੋੜੀ ਜਿਹੀ ਸਥਿਤੀ ਇਹ ਹੈ ਕਿ ਜਿਹੜੀ ਪੰਜਸ਼ੀਰ ਘਾਟੀ ਹੈ ਤੇ ਜਿੱਥੇ ਉਹ ਜਿਹੜੇ ਬਾਗੀ ਹੈਗੇ ਨੇ, ਜਾਂ ਕਹਿ ਲਓ ਅਹਿਮਦ ਮਸੂਦ ਦੇ ਜਿਹੜੇ ਲੜਾਕੇ ਹੈ, ਜਾਂ ਅਫਗਾਨ ਫੌਜ ਦਾ ਇੱਕ ਹਿੱਸਾ ਵੀ ਉੱਥੇ ਗਿਆ ਹੋਇਆ। ਉਪ ਰਾਸ਼ਟਰਪਤੀ ਅਮੀਰੁੱਲਾ ਸਾਲੇਹ ਵੀ ਉੱਧਰ ਹੀ ਹੈ, ਤੇ ਉਹ ਰਲ ਕੇ ਜਿਹੜਾ ਹੈ ਉਹ ਤਾਲਿਬਾਨ ਦਾ ਮੁਕਾਬਲਾ ਕਰ ਰਿਹਾ। ਤੇ ਭੂਗੋਲਿਕ ਤੌਰ ਤੇ ਸਥਿਤੀ ਇਹ ਹੈ ਵੀ ਉਹ ਜਿਹੜੀ ਪੰਜਸ਼ੀਰ ਘਾਟੀ ਆ ਉਹ ਪਹਾੜਾਂ ਤੇ ਨੇ, ਉੱਪਰ ਨੇ, ਤਾਲਿਬਾਨ ਥੱਲੇ ਨੇ। ਇਸ ਕਰਕੇ ਤਾਲਿਬਾਨ ਨੂੰ ਉਹਨਾਂ ਤੱਕ ਪਹੁੰਚਣਾ ਜਿਹੜਾ ਥੋੜਾ ਮੁਸ਼ਕਿਲ ਹੋਇਆ ਪਿਆ। ਇਸ ਕਰਕੇ ਤਾਲਿਬਾਨ ਦਾ ਨੁਕਸਾਨ ਉਹ ਜ਼ਿਆਦਾ ਕਰ ਰਹੇ ਨੇ, ਕਿਉਂਕਿ ਉਹ ਇੱਕ ਉਚਾਈ ਤੇ ਨੇ, ਹੇਠਾਂ ਨੇ,
ਤੇ ਉਹਨਾਂ ਲਈ ਇਹ ਮੁਸ਼ਕਲ ਬਣ ਰਹੀ ਹੈ ਜਿੱਦਾਂ ਦੀਆਂ ਖਬਰਾਂ ਆਈਆਂ। ਤੇ ਉਂਝ ਹਾਲੇ ਉੱਥੇ ਕਾਫੀ ਤਿੱਖਾ ਵਿਰੋਧ ਹੈ ਤੇ ਉਹਨਾਂ ਦਾ ਤਾਲਿਬਾਨ ਦਾ ਜਿਹੜਾ ਮਕਸਦ ਹੈ ਕਿ ਮੁਕੰਮਲ ਅਫਗਾਨਿਸਤਾਨ ਤੇ ਕਬਜ਼ਾ ਕਰਨਾ। 34ਵੀਂ ਸਟੇਟ ਹੈ ਉਹ, 34 ਸਟੇਟਸ ਨੇ ਹੈਗੀਆਂ ਨੇ ਤੇ ਅਫਗਾਨਿਸਤਾਨ ਦੀਆਂ, 33 ਤੇ ਮੁਕੰਮਲ ਕਬਜ਼ਾ ਹੈ। ਇਹ ਪੰਜਸ਼ੀਰ ਹੈ ਜਿੱਥੇ ਬਹੁਤ ਟਰਬਲ ਹੈ, ਮੁਸ਼ਕਲ ਹੈ ਤਾਲਿਬਾਨ ਵਾਸਤੇ। ਸੋ ਹਾਲੇ ਉੱਥੇ ਉਸ ਤਰ੍ਹਾਂ ਦੀਆਂ ਸਥਿਤੀਆਂ ਬਣੀਆਂ ਹੋਈਆਂ ਨੇ। ਹਾਂ, ਇਹ ਵੀ ਗੱਲ ਨਾਲ ਚੱਲਦੀ ਹੈ ਵੀ ਕਿਤੇ ਤਾਲਿਬਾਨ ਦੇ ਨਾਲ ਉਹਨਾਂ ਦੀ ਕੋਈ ਵਾਰਤਾ ਵੀ ਹੋ ਸਕਦੀ ਹੈ, ਸੱਤਾ ਦੇ ਵਿੱਚ ਹਿੱਸੇਦਾਰੀ ਦਾ ਮਾਮਲਾ ਵੀ ਹੋ ਸਕਦਾ, ਕੋਈ ਏਦਾਂ ਦੀ ਗੱਲ ਵੀ ਚੱਲ ਰਹੀ ਹੈ, ਪਰ ਹਾਲੇ ਉਹ ਮੈਚੁਰ ਨਹੀਂ ਹੈ। ਦੂਜੀ ਜਿਹੜੀ ਅਸਲ 'ਚ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜਾ ਹੁਣ ਜ਼ਿਆਦਾ ਜਿਹੜਾ ਉੱਥੇ ਖਤਰੇ ਵਾਲੀ ਗੱਲ ਹੋ ਰਹੀ ਹੈ, ਜਿਹੜੀਆਂ ਹਿਜਰਤ ਵਾਲੀ ਗੱਲ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਕਰ ਚੁੱਕੇ ਹਾਂ। ਹਿਜਰਤ ਵੱਡੇ ਪੱਧਰ ਤੇ ਹੈ, ਲੋਕ ਬਾਰਡਰਸ ਵੱਲ ਜਿਹੜੇ ਦੌੜੇ ਜਾ ਰਹੇ ਨੇ 1500 ਕਿਲੋਮੀਟਰ ਦਾ ਪੈਦਲ ਮਾਰਚ ਕਰਕੇ। ਤੇ ਖਬਰ ਪਾਕਿਸਤਾਨ ਵਾਲੇ ਪਾਸੇ ਆਈ ਹੈ ਕਿ ਇੱਕ ਬਾਰਡਰ ਜਿਹੜਾ ਜਿੱਥੇ ਜ਼ਿਆਦਾ ਜੰਮ ਘੱਟ ਹੋ ਰਿਹਾ ਸੀ ਸ਼ਰਨਾਰਥੀਆਂ ਦਾ, ਚਮਨ ਵਾਲਾ ਬਾਰਡਰ। ਹਾਂਜੀ, ਚਮਨ ਵਾਲਾ ਬਾਰਡਰ ਕਹਿੰਦੇ ਸ਼ਾਇਦ ਉਹਨੂੰ। ਹਾਂਜੀ, ਉਹ ਇੱਕ ਹੋਰ ਨਾਮ ਵੀ ਲੈ ਰਹੇ ਸੀ, ਉਹ ਸ਼ਾਇਦ ਪਾਕਿਸਤਾਨ ਨੇ ਬੰਦ ਕਰ ਦਿੱਤਾ ਹੈ ਇਸ ਡਰੋਂ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜਾ ਆ ਹਿਜਰਤ ਜਿਹੜੀ ਉਧਰ ਨੂੰ ਜਾ ਰਹੀ, ਸ਼ਰਨਾਰਥੀ ਉਧਰ ਨੂੰ ਜਾ ਰਹੀ ਹੈ, ਉਹਨਾਂ ਨੂੰ ਕਿਵੇਂ ਸਾਂਭਣਾ। ਤੇ ਏਦਾਂ ਹੀ ਬਾਕੀ ਮੁਲਕਾਂ ਦੀ ਆਪੋ ਆਪਣੀ ਸ਼ਾਇਦ ਪਾਲਿਸੀ ਰਹੇਗੀ ਕਿ ਉਹਨਾਂ ਨੇ ਦਰਵਾਜ਼ੇ ਖੋਲ੍ਹਣੇ ਆ, ਪੂਰੀ ਤਰ੍ਹਾਂ ਖੋਲ੍ਹਣੇ ਆ ਸ਼ਰਨਾਰਥੀਆਂ ਵਾਸਤੇ, ਜਾਂ ਕੁਝ ਤਾਦਾਦ ਮਿਥਣੀ ਹੈ ਕਿ ਇੰਨੇ ਕੁ ਲੋਕ ਸਾਡੇ ਮੁਲਕ ਵੱਲ ਆ ਸਕਦੇ ਆ। ਖਾਸ ਤੌਰ ਤੇ ਗੁਆਂਢੀ ਜਿਹੜੇ ਸਾਰੇ ਮੁਲਕ ਹੈ ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਦੇਖਣੀਆਂ। ਤਾਲਿਬਾਨ ਵੱਲੋਂ ਜਿਹੜਾ ਭਾਰਤ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਇੱਕ ਦਿਨ ਪਹਿਲਾਂ ਤਾਲਿਬਾਨ ਵੱਲੋਂ ਕੋਈ ਏਦਾਂ ਦੇ ਸੰਕੇਤ ਮਿਲੇ ਜਾਂ ਏਦਾਂ ਦੀ ਗੱਲ ਆਈ ਵੀ ਭਾਰਤ ਨਾਲ ਅਸੀਂ ਚੰਗੇ ਸੰਬੰਧ ਚਾਹੁੰਦੇ ਹਾਂ, ਇਸ ਕਰਕੇ ਕਸ਼ਮੀਰ ਵਿੱਚ ਅਸੀਂ ਕੋਈ ਦਖਲ ਨਹੀਂ ਦੇਵਾਂਗੇ। ਪਰ ਰਾਤੀ ਮੈਂ ਕਿਤੇ ਖਬਰ ਪੜ੍ਹ ਰਿਹਾ ਸੀ ਕਿ ਉਹ ਤਾਲਿਬਾਨ ਜਿਹੜਾ ਕਹਿ ਰਿਹਾ ਕਿ ਅਸੀਂ ਕਸ਼ਮੀਰ ਦੇ ਵੱਲ ਵੀ ਜਾਵਾਂਗੇ, ਕਿਉਂਕਿ ਜਿੱਥੇ ਕਿਤੇ ਵੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਮਤਲਬ ਇਸ ਤਰ੍ਹਾਂ ਦਾ ਇਲਾਕਾ ਆ ਜਿੱਥੇ ਸਾਡੀ ਲੋੜ ਹੈ, ਅਸੀਂ ਉੱਥੇ ਜ਼ਰੂਰ ਜਾਵਾਂਗੇ। ਸੋ ਬੜੀ ਭੰਬਲ-ਭੂਸੇ ਵਾਲੀ ਸਥਿਤੀ ਹੈ ਕਸ਼ਮੀਰ ਨੂੰ ਲੈ ਕੇ, ਭਾਰਤ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ ਤਾਲਿਬਾਨ ਦੀ। ਪਰ ਭਾਰਤ ਨੇ ਜਿਹੜੀਆਂ 2 ਮੁਲਾਕਾਤਾਂ ਹੋਈਆਂ ਨੇ ਹੁਣ ਤੱਕ ਤਾਲਿਬਾਨ ਦੇ ਨਾਲ, ਉਹਦੇ ਸਾਫ਼ ਕੀਤਾ ਹੈ ਕਿ ਅਸੀਂ ਨਹੀਂ ਚਾਹਾਂਗੇ ਕਿ ਗੁਆਂਢੀ ਮੁਲਕਾਂ ਦੇ ਨਾਲ ਸਾਡੇ ਰਿਸ਼ਤੇ ਜਿਹੜੇ ਆ ਕੋਈ ਤਣਾਅ ਵਾਲੇ ਬਣ। ਤੇ ਅਫਗਾਨਿਸਤਾਨ ਦੀ ਧਰਤੀ ਨੂੰ ਵੀ ਜਿਹੜੀ ਟੈਰਰਿਸਟ ਜਿਹੜੀਆਂ ਐਕਟੀਵਿਟੀਜ਼ ਹੈ ਉਹਦੇ ਲਈ ਨਹੀਂ ਵਰਤਣ ਦੇਣਾ ਚਾਹੀਦਾ। ਤੇ ਜਿਹੜੇ ਨਾਗਰਿਕ ਸਾਡੇ ਕੁਝ ਰਹਿ ਗਏ ਨੇ ਉੱਥੇ, ਉਹਨਾਂ ਦੀ ਸੁਰੱਖਿਅਤ ਵਾਪਸੀ ਦੀ ਗੱਲ ਵੀ ਭਾਰਤ ਨੇ ਕੀਤੀ ਹੈ। ਇਸ ਤੋਂ ਵੀ ਵੱਡੀ ਗੱਲ ਜਿਹੜੀ ਇਸ ਵੇਲੇ ਫੇਸ ਕਰਨੀ ਪੈਣੀ ਹੈ ਆਮ ਅਫਗਾਨੀ ਨੂੰ, ਉਹਦੇ ਬਾਰੇ ਜਿਹੜੀ ਖਬਰ ਆ ਰਹੀ ਹੈ ਵੀ ਜਿਹੜਾ ਖਾਣਾ ਆ, ਮਤਲਬ ਖਾਣ ਪੀਣ ਦੀਆਂ ਵਸਤਾਂ ਜਿਹੜੀਆਂ ਆ ਅਫਗਾਨਿਸਤਾਨ ਦੇ ਵਿੱਚ, ਉਹਦੀ ਬਹੁਤ ਵੱਡੀ ਤੋੜ ਆਉਣ ਵਾਲੀ ਹੈ। ਮਤਲਬ 1 ਮਹੀਨੇ ਤੱਕ ਦਾ ਹੀ ਰਿਜ਼ਰਵ ਰਹਿ ਗਿਆ ਉਹਨਾਂ ਦੇ ਕੋਲ ਅਨਾਜ 'ਚ, ਤੇ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਭੁੱਖਮਰੀ ਫੈਲ ਸਕਦੀ ਹੈ। ਤੇ ਹਾਲੇ ਵੀ ਹਰ ਤੀਜਾ ਅਫਗਾਨ ਨਾਗਰਿਕ ਜਿਹੜਾ ਆ ਇਸ ਵਕਤ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ, ਉਹ ਭੁੱਖਮਰੀ ਦੇ ਨਾਲ ਲਗਭਗ ਜੂਝ ਰਿਹਾ ਹੈ। ਸੋ ਮੈਨੂੰ ਲੱਗਦਾ ਹੈ ਕਿ ਜੇ ਮਦਦ ਦੀ ਗੱਲ ਹੈ, ਜੇ ਦੁਨੀਆ ਨੇ ਕੋਈ ਮਦਦ ਕਰਨੀ ਹੈ ਅਫਗਾਨਿਸਤਾਨ ਦੀ, ਤਾਂ ਇਸ ਮਾਮਲੇ ਤੇ ਕਰਨ ਦੀ ਜ਼ਰੂਰਤ ਹੈ, ਨਾ ਕਿ ਫਿਜ਼ੀਕਲੀ ਜਾ ਕੇ ਉੱਥੇ ਫੌਜੀ ਦਖਲ ਜਿਹੜੇ ਆਮ ਤੌਰ ਤੇ ਦਿੱਤੇ ਜਾਂਦੇ ਰਹੇ ਆ, ਉਹਦੇ ਤੋਂ ਬਚਣ ਦੀ ਜ਼ਰੂਰਤ ਹੈ। ਤੇ ਇੱਕ ਮਨੁੱਖਤਾ ਦੇ ਨਾਤੇ ਜਿਹੜਾ ਆ ਉਹ ਜਿਹੜੀ ਅਨਾਜ ਦੀ ਬਹੁਤ ਵੱਡੇ ਪੱਧਰ ਤੇ ਕਮੀ ਪੈਦਾ ਹੋ ਗਈ ਹੈ ਉੱਥੇ, ਤੇ ਭੁੱਖਮਰੀ ਬਹੁਤ ਵੱਡੇ ਪੱਧਰ ਤੇ ਫੈਲਣੀ ਹੈ ਉੱਥੇ। ਸ਼ਾਇਦ ਇੱਕ ਮਾਨਵਤਾ ਦੇ ਨਜ਼ਰੀਏ ਤੋਂ ਉੱਥੇ ਮਦਦ ਕਰਨ ਦੀ ਜ਼ਰੂਰਤ ਹੈ। ਬਾਕੀ ਮੁਲਕਾਂ ਦੇ ਨਾਲ ਸੰਬੰਧਾਂ ਦੇ ਮਾਮਲੇ ਦੇ ਵਿੱਚ ਚਾਈਨਾ ਨੇ ਤਾਲਿਬਾਨ ਨੇ ਕੱਲ੍ਹ ਸਪਸ਼ਟ ਕੀਤਾ ਕਿ ਚੀਨ ਸਾਡਾ ਸਭ ਤੋਂ ਬੁਰਾ ਦੋਸਤ ਹੈ, ਅਸੀਂ ਆਪਣੀ ਹਰ ਜ਼ਰੂਰਤ ਜਿਹੜੀ ਹੈ ਉਹ ਚੀਨ ਤੋਂ ਪੂਰੀ ਕਰਾਂਗੇ। ਸੋ ਚੀਨ ਦੇ ਨਾਲ ਰਿਸ਼ਤਿਆਂ ਦਾ ਮਾਮਲਾ ਜਿਹੜਾ ਆ ਉਹਦੇ 'ਚ ਤਾਲਿਬਾਨ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ। ਕਾਪਰ ਦੀਆਂ ਖਾਣਾਂ ਬਾਰੇ ਵੀ ਉਹਨਾਂ ਨੇ ਕਿਹਾ ਤਾਲਿਬਾਨ ਨੇ ਵੀ ਇਹ ਜਿਹੜਾ ਹੈ ਚੀਨ ਜਿਹੜਾ ਹੈ ਇਹਨੂੰ ਸਾਡੀ ਜਿਹੜੀ ਸੰਪਦਾ ਹੈ ਇਹਨੂੰ ਹੁਣ ਉਹਦੇ ਤੇ ਕੰਮ ਕਰੇਗਾ, ਉਹਨਾਂ ਖਾਣਾ ਤੇ ਕੰਮ ਕਰੇਗਾ, ਤੇ ਸਾਡੇ ਜਿਹੜੇ ਆਪਸੀ ਰਿਲੇਸ਼ਨ ਹੈ ਉਹ ਬਿਹਤਰ ਬਣਨਗੇ। ਇੱਦਾਂ ਦੀਆਂ ਕੁਝ ਪ੍ਰੋਗਰਾਮ ਅਫਗਾਨਿਸਤਾਨ ਤੁਸੀਂ ਜੀ ਬਿਲਕੁਲ ਕਿਹਾ ਜਾਂਦਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਕਾਪਰ ਤੇ ਕਈ ਹੋਰ ਖਣਿਜ ਪਦਾਰਥ, ਕੀਮਤੀ ਖਣਿਜ ਪਦਾਰਥ ਜਿਸ 'ਚ ਸੋਨਾ ਵੀ ਆ, ਉਹ ਕਾਫੀ ਸਾਰੀਆਂ ਖਾਣਾਂ ਨੇ ਜਿਨ੍ਹਾਂ ਨੂੰ ਐਕਸਪਲੋਰ ਨਹੀਂ ਕੀਤਾ ਗਿਆ ਜੇ ਪੂਰੀ ਤਰ੍ਹਾਂ। ਤੇ ਹੋ ਸਕਦਾ ਹੈ ਕਿ ਹੁਣ ਚਾਈਨਾ ਉੱਥੇ ਕੰਮ ਕਰਨਾ ਆਪਣਾ ਸ਼ੁਰੂ ਕਰੇ। ਔਰ ਇੱਕ ਸੜਕ ਦਾ ਵੀ ਜ਼ਿਕਰ ਹੋ ਰਿਹਾ ਜੀ ਕਿ ਅਫਗਾਨਿਸਤਾਨ ਦੇ ਇੱਕ ਪੁਰਾਣਾ ਰੂਟ ਸੀਗਾ ਜਿਹੜਾ ਗਿਲਗਿਟ ਬਾਲਟਿਸਤਾਨ ਵਾਲੇ ਏਰੀਆ ਵਿੱਚੋਂ ਦੀ ਹੋ ਕੇ ਲੰਘਦੀ ਸੜਕ ਸੀ, ਉਹਨੂੰ ਵੀ ਦੁਬਾਰਾ ਡਿਵੈਲਪ ਕਰਨ ਦੀ ਚਾਈਨਾ ਨੇ ਕੋਈ ਗੱਲ ਕੀਤੀ ਆ ਕਿ ਵਪਾਰ ਦਾ ਲਾਂਘਾ ਜਿੱਦਾਂ ਸੀ ਪੈਕ ਵਾਲਾ ਪਾਕਿਸਤਾਨ ਨਾਲ ਖੁੱਲਿਆ,
ਜਿਹੜਾ ਇਲਾਕਾ ਅਫਗਾਨਿਸਤਾਨ ਨਾਲ ਲੱਗਦਾ ਚਾਈਨਾ ਦਾ ਉਸ ਪਾਸਿਓਂ, ਜਾਂ ਜਿਹੜਾ ਗਿਲਗਿਟ ਬਲੋਚਿਸਤਾਨ ਵਾਲੀ ਸੜਕ ਜਿਹੜੀ ਇਹਨਾਂ ਬਣਾਈ ਉਹਦਾ ਕੋਈ ਲਿੰਕ ਜੋੜਨ ਦੀ ਗੱਲ ਵੀ ਕਿਤੇ ਕੀਤੀ ਜਾ ਰਹੀ ਹੈ? ਅਜੇ ਪਰ ਇਹ ਵਪਾਰਕ ਹਿੱਤ ਹੀ ਜੁੜੇ ਹੋਏ ਨੇ। ਚਾਈਨਾ ਇਸ ਢੰਗ ਦੇ ਨਾਲ ਹੀ ਅਫਗਾਨਿਸਤਾਨ ਦੀ ਧਰਤੀ ਨੂੰ ਵਰਤੇਗਾ ਵੀ ਜਿਹੜਾ ਤੁਸੀਂ ਮਾਰਗ ਦੀ ਗੱਲ ਕੀਤੀ ਹੈ, ਸੜਕ ਦੀ ਗੱਲ ਕੀਤੀ ਹੈ, ਵੀ ਕਿੱਥੇ ਕਿੱਥੇ ਤੱਕ ਉਹਦਾ ਵਪਾਰ ਜਿਹੜਾ ਆ ਚੀਨ ਦਾ ਜਿਹੜਾ ਇਸ ਰਸਤੇ ਰਾਹੀਂ ਵੀ ਜਾ ਸਕਦਾ ਹੈ। ਇੱਕ ਸੜਕ ਦਾ ਜ਼ਿਕਰ ਹੈ, ਵੈਸੇ ਇਹਦੀ ਤੇ ਆਪਾਂ ਥੋੜਾ ਵਰਕ ਕਰਾਂਗੇ ਵੀ ਉਹਦਾ ਜੇ ਕਿਤੇ ਆਪਾਂ ਨੂੰ ਮਿਲ ਸਕੇ, ਉਹਦਾ ਪੂਰਾ ਨਕਸ਼ਾ ਮਿਲ ਸਕੇ ਵੀ ਉਹ ਸੜਕ ਦੀ ਜਿਹੜੀ ਪਲਾਨਿੰਗ ਕਿੱਥੋਂ ਕਿੱਥੇ ਤੱਕ ਹੈ, ਕਿਉਂਕਿ ਉਹਦੇ ਤੇ ਵੀ ਜ਼ਿਕਰ ਆ ਰਿਹਾ, ਇੱਕ ਸੜਕ ਦਾ ਇਹ ਵੀ ਜ਼ਿਕਰ ਆ ਰਿਹਾ ਵੀ ਜਿਹੜੀ ਲਾਹੌਰ ਤੱਕ ਵੀ ਆ ਚੁੱਕੀ ਹੈ ਤੇ ਜਿਹੜੀ ਇੱਧਰ ਆਪਣੇ ਪੰਜਾਬ ਵੱਲੋਂ ਵੀ ਲੰਘਣੀ ਹੈ ਤੇ ਤਿੰਨ ਖੇਤੀ ਕਾਨੂੰਨ ਜਿਹੜੇ ਸਾਡੇ ਬਣੇ ਉਹਨੂੰ ਵੀ ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਇਹ ਪੂਰੀ ਦੀ ਪੂਰੀ ਬੈਲਟ ਜਿਹੜੀ ਹੈ ਚੀਨ ਜਿਹੜੀ ਉਹਨੂੰ ਕਿੰਨਾ ਵੱਡੇ ਪੱਧਰ ਤੇ ਵਪਾਰ ਦੇ ਤੌਰ ਦੇ ਉੱਤੇ ਵਰਤਣਾ ਚਾਹੁੰਦਾ, ਇਹਦੀਆਂ ਡਿਟੇਲਸ ਵੈਸੇ ਕੱਢਣ ਦੀ ਜ਼ਰੂਰਤ ਹੈ। ਕਈ ਵਾਰੀ ਖਬਰ ਸਾਡੇ ਕੋਲ ਆ ਜਾਂਦੀ ਹੈ ਪਰ ਉਹਦੀਆਂ ਜਿਹੜੀਆਂ ਵਿਆਖਿਆ ਕਰਨ ਵਾਸਤੇ ਜਿਹੜੇ ਉਹਦਾ ਰੂਟ ਕੀ ਆ ਜਾਂ ਉਹਦੇ ਤੱਥ ਹੋਰ ਕੀ ਹੈ, ਫੈਕਟ ਕੀ ਹੈ, ਉਹ ਸਾਰੀਆਂ ਚੀਜ਼ਾਂ ਇਹਦੇ ਤੇ ਕੰਮ ਕਰਨ ਦੀ ਵੈਸੇ ਜ਼ਰੂਰਤ ਹੈ। ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਸਾਰੀ ਜਿਹੜੀ ਪੂਰੀ ਦੀ ਪੂਰੀ ਪ੍ਰੋਜੈਕਟ ਹੈ ਜਾਂ ਕੀ ਪਲਾਨਿੰਗ ਹੈ, ਕੀ ਉਹਦੇ ਹੋਰ ਮਨਸੂਬੇ ਹੋ ਸਕਦੇ ਆ, ਉਹਦੇ ਤੇ ਵੀ ਲਾਜ਼ਮੀ ਤੌਰ ਤੇ ਚਰਚਾ ਕਰਨ ਦੀ ਜ਼ਰੂਰਤ ਹੈ। ਦਸਾਂਝ ਸਾਹਿਬ, ਜਿਹੜੇ ਇੰਟਰਨੈਸ਼ਨਲ ਰਿਪਿਊਟਡ ਮੀਡੀਆ ਹਾਊਸ ਨੇ ਜਿਵੇਂ CNN, BBC ਜਾਂ ਕੁਝ ਹੋਰ ਜਿਨ੍ਹਾਂ ਦੇ ਆਪਾਂ ਨਾਂ ਲੈ ਸਕਦੇ ਹਾਂ, ਅੱਜ ਕੱਲ੍ਹ ਅਲ ਜਜ਼ੀਰਾ ਦਾ ਬੜਾ ਨਾਂ ਲਿਆ ਜਾਂਦਾ ਹੈ, ਉੱਥੇ ਇਹ ਗੱਲਾਂ ਚੱਲ ਰਹੀਆਂ ਨੇ ਕਿ ਅਮਰੀਕਾ ਦੀ ਜਿਹੜੀ ਸਾਖ ਆ ਉਹ ਬਹੁਤ ਬੁਰੀ ਤਰ੍ਹਾਂ ਡਿੱਗੀ ਆ ਦੁਨੀਆ ਭਰ ਵਿੱਚ, ਭਾਵੇਂ ਉਹ ਇਸਲਾਮ ਮੁਲਕ ਹੋਣ, ਚਾਹੇ ਉਹ ਨਾਟੋ ਵਾਲੇ ਮੁਲਕ ਹੋਣ। ਯੂਰਪ ਵਿੱਚ ਵੀ ਉਹਦੀ ਕਾਫੀ ਜਿਹੜਾ ਉਹ ਇਸ ਗੱਲ ਨੂੰ ਲੈ ਕੇ ਕ੍ਰਿਟਿਸਿਜ਼ਮ ਹੋ ਰਿਹਾ, ਖਾਸ ਕਰਕੇ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਨੇ ਜੋ ਬਾਈਡਨ ਹਰੀ, ਉਹਨਾਂ ਦਾ ਕਾਫੀ ਕ੍ਰਿਟਿਸਿਜ਼ਮ ਹੋ ਰਿਹਾ। ਭਾਰਤ ਵਿੱਚ ਵੀ ਜਿਹੜੇ ਟਿੱਪਣੀਕਾਰ ਨੇ, ਬਹੁਤ ਸਾਰੇ ਰਾਜਨੀਤਿਕ ਟਿੱਪਣੀਕਾਰ, ਉਹ ਇਹ ਸਮਝਦੇ ਨੇ, ਸਵਾਲ ਕਰ ਰਹੇ ਨੇ ਕਿ ਭਾਰਤ ਦਾ ਜਿਹੜਾ ਦੋਸਤੀ ਦਾ ਇੱਕ ਸੰਕਲਪ ਆ ਅਮਰੀਕਾ ਨਾਲ, ਉਹ ਅੱਗੇ ਚੱਲ ਕੇ ਕਿੰਨਾ ਕੁ ਠੀਕ ਰਹਿ ਸਕਦਾ ਕਿ ਕਿੰਨਾ ਕੁ ਗਲਤ ਹੋਏਗਾ, ਕਿਉਂਕਿ ਅਮਰੀਕਾ ਹੁਣ ਜਿੱਦਾਂ ਕਹਿੰਦੇ ਨਾ ਟਰਸਟਵਰਦੀ ਨਹੀਂ ਰਿਹਾ, ਉਹ ਕਿਸੇ ਵੇਲੇ ਵੀ ਕਿਸੇ ਨੂੰ ਵੀ ਮੁਸ਼ਕਲ ਵਿੱਚ ਛੱਡ ਕੇ ਲਾਂਭੇ ਹੋ ਸਕਦਾ। ਤੇ ਭਾਰਤ ਨੇ ਦੋਸਤੀ ਦੀਆਂ ਪੀਂਘਾਂ ਕਾਫੀ ਚੜਾਈਆਂ ਨੇ ਜਦੋਂ ਦੀ ਮੋਦੀ ਸਰਕਾਰ ਆਈ ਆ, ਤੇ ਹੁਣ ਭਾਰਤ ਦੇ ਵੀ ਕੁਝ ਜਿਹੜੇ ਲੋਕ ਨੇ ਜਾਂ ਜਿਹੜੇ ਜਰਨਲਿਸਟ ਨੇ ਜਿਹੜੇ ਥੋੜਾ ਜਿਹਾ ਇੰਡੀਪੈਂਡੈਂਟ ਸੋਚ ਰੱਖਦੇ ਨੇ, ਉਹ ਇੱਥੇ ਸਵਾਲ ਚੁੱਕ ਰਹੇ ਨੇ ਤੇ ਅਮਰੀਕਾ ਦੀ ਸਾਖ ਬੁਰੀ ਤਰ੍ਹਾਂ ਇਹਦੇ ਨਾਲ ਜਿਹੜੀ ਆ ਉਹ ਦੁਨੀਆ ਭਰ 'ਚ ਖਰਾਬ ਹੋ ਰਹੀ ਹੈ। ਦੇਖੋ ਜਿਹੜੀ ਹੁਣ ਅਫਗਾਨਿਸਤਾਨ ਦੇ ਹਵਾਲੇ ਨਾਲ ਜਦੋਂ ਆਪਾਂ ਗੱਲ ਕਰਾਂਗੇ ਤਾਂ ਜਿਹੜੇ ਲੋਕ ਹੁਣ ਅਮਰੀਕਾ ਬਾਰੇ ਏਦਾਂ ਗੱਲਾਂ ਕਰ ਰਹੇ ਨੇ, ਸੁਤੰਤਰ ਸੋਚ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ, ਜਾਂ ਕੁਝ ਜਰਨਲਿਸਟ ਨੇ ਜਾਂ ਕੁਝ ਚਿੰਤਕ ਨੇ, ਇਹ ਨਵੇਂ ਲੋਕ ਨੇ ਜਿਹੜੇ ਏਦਾਂ ਦੀ ਗੱਲ ਕਰ ਰਹੇ ਨੇ। ਕੁਝ ਲੋਕ ਨੇ ਜਿਹੜੇ ਅੱਜ ਤੋਂ ਨਹੀਂ ਬਹੁਤ ਲੰਬੇ ਸਮੇਂ ਤੋਂ ਇਹ ਗੱਲਾਂ ਕਹਿੰਦੇ ਆ ਰਹੇ ਨੇ, ਜਿਨ੍ਹਾਂ ਨੂੰ ਆਮ ਤੌਰ ਦੇ ਉੱਤੇ ਬਹੁਤਾ ਨਜ਼ਰਅੰਦਾਜ਼ ਹੀ ਕੀਤਾ ਗਿਆ। ਜਦੋਂ ਤੋਂ ਅਮਰੀਕਾ ਨੇ ਸਿੱਧਾ ਦਖਲ ਅੰਦਾਜ਼ੀ ਸ਼ੁਰੂ ਕੀਤੀ ਹੈ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ, ਸਾਡੇ ਵੱਡੇ ਸ਼ਾਇਰ ਡਾਕਟਰ ਜਗਤਾਰ ਹੋਰਾਂ ਨੇ ਅੱਜ ਤੋਂ 40 ਸਾਲ ਪਹਿਲਾਂ ਇੱਕ ਨਜ਼ਮ ਲਿਖੀ ਸੀ। ਉਹ ਨਜ਼ਮ ਦਾ ਨਾਂ ਸੀ ਕਿੱਥੇ ਨਹੀਂ ਅਮਰੀਕਾ। ਯਾਨੀ ਉਹ ਨਜ਼ਮ ਤਾਂ ਮੈਨੂੰ ਹੁਣ ਯਾਦ ਨਹੀਂ, ਪਰ ਦੇਰ ਹੋ ਗਿਆ ਪੜ੍ਹਿਆ ਨੂੰ, ਪਰ ਉਹਦੇ 'ਚ ਗੱਲ ਇਹੀ ਸੀ ਵੀ ਅਮਰੀਕਾ ਹਰ ਥਾਂ ਤੇ ਹੈ। ਵੀ ਜਿੱਦਾਂ ਆਮ ਤੌਰ ਤੇ ਕਿਹਾ ਜਾਂਦਾ ਨਾ ਵੀ ਰੱਬ ਜਿਹੜਾ ਆ ਉਹ ਹਰ ਥਾਂ ਦੇ ਉੱਤੇ ਹੈ, ਸਰਵ ਵਿਆਪਕ, ਏਦਾਂ ਹੀ ਸਰਵ ਵਿਆਪਕ ਹੈ। ਤੇ ਮੈਂ ਵੀ ਇੱਕ ਜਦੋਂ ਕਰੋਨਾ ਕਾਲ ਸ਼ੁਰੂ ਹੋਇਆ ਸੀ, ਕਰੋਨਾ ਕਾਲ ਦੇ ਸ਼ੁਰੂ ਦੇ ਵਿੱਚ ਬਿਲ ਗੇਟਸ ਨਾਂ ਦੀ ਇੱਕ ਲੰਬੀ ਨਜ਼ਮ ਲਿਖੀ ਸੀ, ਜਿਹਦੇ 3 ਹਿੱਸੇ ਆ। ਕਿਸੇ ਨੂੰ ਨਜ਼ਮ ਤੁਹਾਨੂੰ ਮੈਂ ਜ਼ਰੂਰ ਸੁਣਾਊਂਗਾ। ਉਹਦੇ 'ਚ ਵੀ ਇਸੇ ਤਰ੍ਹਾਂ ਸੀ, ਬਿਲ ਗੇਟਸ ਵੀ ਇੱਕ ਪ੍ਰਤੀਕ ਹੈ ਉਸ ਨਜ਼ਮ ਵਿੱਚ, ਵੀ ਜਿੱਦਾਂ ਕਿੱਥੇ ਨਹੀਂ ਅਮਰੀਕਾ ਨਜ਼ਮ ਦਾ ਵੈਸੇ ਜਿੱਦਾਂ ਜ਼ਿਕਰ ਕਰ ਰਿਹਾ ਕਿ ਦੁਨੀਆ ਦੇ ਹਰ ਮੁਲਕ ਦੇ ਵਿੱਚ ਕਿਤੇ ਨਾ ਕਿਤੇ ਅਮਰੀਕਾ ਦਾ ਦਖਲ ਹੈ, ਚਾਹੇ ਉਹ ਸਿੱਧਾ ਹੈ ਚਾਹੇ ਅਸਿੱਧਾ ਹੈ। ਤੇ ਇਹ ਗੱਲਾਂ ਜਿਹੜੀਆਂ 40 ਸਾਲ ਪਹਿਲੇ ਪੰਜਾਬ ਦਾ ਇੱਕ ਪੋਇਟ ਕਰ ਰਿਹਾ ਸੀ, ਤੇ ਹੁਣ ਜਿਹੜੀਆਂ ਗੱਲਾਂ ਬਿਲਕੁਲ ਪ੍ਰਤੱਖ ਹੋ ਰਹੀਆਂ ਨੇ, ਖਾਸ ਤੌਰ ਤੇ ਜਿਸ ਤਰ੍ਹਾਂ ਦਾ ਐਕਟ ਅਫਗਾਨਿਸਤਾਨ ਦੇ ਵਿੱਚ ਕੀਤਾ ਹੈ, ਜੋ ਬਾਈਡਨ ਹੋਣੀ ਬਾਅਦ 'ਚ ਵੀ ਜਿੱਦਾਂ ਦੀਆਂ ਗੱਲਾਂ ਕਰ ਰਹੇ ਨੇ, ਜਿਸ ਢੰਗ ਦੇ ਨਾਲ ਸਾਰਾ ਕੁਝ ਛੱਡ ਛਡਾ ਕੇ ਉੱਥੇ ਭੱਜੇ ਨੇ ਤੇ ਬੜੀ ਮੁਸ਼ਕਲ ਨਾਲ ਆਪਣੀ ਧੌਣ ਬਚਾਈ ਹੈ, ਪਰ ਆਪਣੀ ਇੱਜ਼ਤ ਨਹੀਂ ਅਮਰੀਕਾ ਬਚਾ ਸਕਿਆ। ਖੁਦ ਅਮਰੀਕਾ ਦੇ ਦੋਸਤ ਕਦੇ ਜਿਹੜੇ ਰਹੇ ਨੇ ਉਹ ਵੀ ਇਹਦੇ ਤੇ ਕ੍ਰਿਟਿਸਾਈਜ਼ ਕਰ ਰਹੇ ਨੇ ਅਮਰੀਕਾ। ਸੋ ਸਾਖ ਤਾਂ ਲਾਜ਼ਮੀ ਤੌਰ ਤੇ ਡਿੱਗੀ ਹੈ, ਪਰ ਸਾਖ ਪਹਿਲਾਂ ਹੀ ਉਦੋਂ ਹੀ ਡਿੱਗ ਗਈ ਸੀ ਜਦੋਂ
ਲਗਾਤਾਰ 19 ਸਾਲ ਵੀਅਤਨਾਮ ਦੇ ਨਾਲ ਜੰਗ ਸੀ ਤੇ ਵੀਅਤਨਾਮ ਤੋਂ ਵੀ 19 ਸਾਲਾਂ ਬਾਅਦ ਭੱਜਿਆ ਸੀ ਅਮਰੀਕਾ। ਤੇ ਏਦਾਂ ਹੀ ਜਿਹੜੇ ਅਰਬ ਕੰਟਰੀਜ਼ ਨੇ ਤੇਲ ਦੀ ਖੇਡ ਨੇ ਜਿਹੜੀ ਤਬਾਹੀ ਜਿਹੜੀ ਉੱਥੇ ਮਚਾਈ ਹੈ, ਤੇ ਉੱਥੇ ਅਮਰੀਕਾ ਕਿਵੇਂ ਜਿਹੜਾ ਉੱਥੇ ਵੀ ਉਹਦਾ ਦਖਲ ਰਿਹਾ ਤੇ ਕਿਵੇਂ ਉੱਥੋਂ ਵੀ ਨਿਕਲਣਾ ਪਿਆ। ਸੋ ਹੁਣ ਅਫਗਾਨਿਸਤਾਨ ਨੇ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਬਿਲਕੁਲ ਸਾਹਮਣੇ ਲਿਆ ਕੇ ਰੱਖ ਦਿੱਤੀਆਂ, ਕਿਉਂਕਿ ਇਹ ਯੁੱਗ ਅੱਜ ਤੋਂ ਜਿਹੜੇ 40-50 ਸਾਲ 35 ਸਾਲ 20 ਸਾਲ ਵਾਲਾ ਯੁੱਗ ਨਹੀਂ ਹੈ, ਜਦੋਂ ਮੀਡੀਆ ਜਾਂ ਸੋਸ਼ਲ ਮੀਡੀਆ ਜਾਂ ਟੈਕਨੀਕ ਜਿਹੜੀ ਇੰਨੀ ਜ਼ਿਆਦਾ ਉન્નਤ ਨਹੀਂ ਸੀ। ਹੁਣ ਤਾਂ ਪਲ ਪਲ ਦੀ ਖਬਰ ਹੈ ਤੇ ਵੱਖ-ਵੱਖ ਸਰੋਤ ਨੇ, ਤੇ ਉਹ ਖਬਰ ਜਿਹੜੀ ਨਹੀਂ ਵੀ ਹੋ ਰਹੀ ਹੁੰਦੀ ਉਹ ਵੀ ਸਾਡੇ ਕੋਲ ਆ ਜਾਂਦੀ ਹੈ। ਇਹ ਵੀ ਠੀਕ ਹੈ ਕਿ ਝੂਠ ਤੂਫਾਨ ਵੀ ਬਹੁਤ ਕੁਝ ਆਉਂਦਾ, ਫੇਕ ਵੀ ਬਹੁਤ ਕੁਝ ਆਉਂਦਾ, ਪਰ ਸਾਡੇ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਹੁਣ ਟੂਲ ਹੈਗੇ ਆ ਜਿਹਦੇ ਨਾਲ ਅਸੀਂ ਵੈਰੀਫਾਈ ਕਰ ਸਕਦੇ ਹਾਂ ਵੀ ਇਹ ਝੂਠ ਹੈ ਜਾਂ ਇਹ ਸੱਚ ਹੈ। ਹੁਣ ਸੱਚ ਇਹੀ ਹੈ ਕਿ ਅਮਰੀਕਾ ਦਾ ਜਿਹੜਾ ਐਕਟ ਖਾਸ ਤੌਰ ਤੇ ਅਫਗਾਨਿਸਤਾਨ ਚ ਰਿਹਾ, ਉਹਦੀ ਸਾਖ ਨੂੰ ਬਹੁਤ ਜ਼ਿਆਦਾ ਵਰਤਾ ਲਾਇਆ। ਦਸਾਂਝ ਸਾਹਿਬ, ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਅਮਰੀਕਾ ਕੋਈ ਵੀ ਫੈਸਲਾ ਲਵੇ, ਸਹੀ ਹੋਵੇ ਜਾਂ ਗਲਤ, ਜਿਹੜੀ ਲੌਬੀ ਆ ਯੂਰਪੀਅਨ ਯੂਨੀਅਨ ਵਾਲੇ ਆ, ਫਰਾਂਸ ਹੋਇਆ, ਇੰਗਲੈਂਡ ਹੋਇਆ, ਉਹਦੇ ਕਦਮ ਦਰ ਕਦਮ ਨਾਲ ਚੱਲਦੇ ਰਹੇ ਨੇ। ਬਾਅਦ ਚ ਕਈ ਵਾਰ ਉਹਨਾਂ ਨੂੰ ਇਰਾਨ ਵਾਲੀ, ਜੇ ਆਪਾਂ ਇਰਾਕ ਵਾਲੀ ਗੱਲ ਜੇ ਵੇਖੀਏ ਤੇ ਉਹਦੇ ਤੇ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਸੀਗੇ ਪਿਛਲੇ ਆਪਣੇ ਇੰਗਲੈਂਡ ਦੇ, ਉਹਨਾਂ ਨੂੰ ਆਪਣੀ ਗਲਤੀ ਮੰਨਣੀ ਪਈ ਔਰ ਉਹ ਮਾਫੀ ਵੀ ਮੰਗੀ ਕਿ ਅਸੀਂ ਉਦੋਂ ਗਲਤ ਫੈਸਲਾ, ਗਲਤ ਧਾਰਨਾਵਾਂ ਦਾ ਕਰਕੇ ਅਸੀਂ ਉੱਥੇ ਜਾ ਦਖਲ ਦਿੱਤਾ ਸੀਗਾ। ਹਾਲਾਂਕਿ ਅਮਰੀਕਾ ਨੇ ਉਹਦੇ ਤੇ ਕਦੀ ਖੇਦ ਪ੍ਰਗਟ ਨਹੀਂ ਕੀਤਾ ਕਿ ਅਸੀਂ ਇਰਾਕ ਦੇ ਵਿੱਚ ਕਿਉਂ ਗਏ ਤੇ ਉੱਥੇ ਕਿਸ ਤਰ੍ਹਾਂ ਦੇ ਪਹਿਲੋਂ ਭਰਮਜਾਲ ਫੈਲਾਇਆ ਸੀਗਾ ਕਿ ਉੱਥੇ ਕੈਮੀਕਲ ਹਥਿਆਰ ਨੇ, ਉੱਥੇ ਬਹੁਤ ਖਤਰਾ ਆ ਮਾਨਵਤਾ ਨੂੰ। ਉਹ ਸਾਰੀਆਂ ਰਿਪੋਰਟਾਂ ਬਾਅਦ ਚ ਸਾਬਤ ਹੋ ਗਈਆਂ ਕਿ ਉਹ ਜਾਲੀ ਕਿਸਮ ਦੀਆਂ ਰਿਪੋਰਟਾਂ ਸੀਗੀਆਂ, ਪਰ ਕਿਉਂਕਿ ਅਮਰੀਕਾ ਨੇ ਦਖਲ ਦੇਣਾ ਸੀ, ਦਿੱਤਾ, ਤੇ ਉਹਨਾਂ ਦੇ ਸਾਥੀ ਉਹਨਾਂ ਦੇ ਨਾਲ ਗਏ ਬਿਨਾਂ ਸੋਚਿਆਂ। ਬਾਅਦ ਚ ਉਹਨਾਂ ਨੇ ਰਿਗਰੈਟ ਵੀ ਕੀਤਾ। ਤੇ ਹੁਣ ਉਹੀ ਮੁਲਕ ਜਿਹੜੇ ਨੇ, BBC ਨੇ ਹੀ ਖਬਰ ਲਾਈ ਆ, ਫਰਾਂਸ, ਜਰਮਨ, ਇੰਗਲੈਂਡ, ਉੱਥੇ ਵੀ ਇਸ ਜਿਹੜਾ ਕਦਮ ਹੈ ਉਹਨੂੰ ਕ੍ਰਿਟਿਸਾਈਜ਼ ਕੀਤਾ ਜਾ ਰਿਹਾ। ਉਹ ਕਹਿ ਰਹੇ ਨੇ ਕਿ ਮਤਲਬ ਦਰਾੜ ਪੈ ਰਹੀ ਆ ਕਿਤੇ ਨਾ ਕਿਤੇ ਯੂਰਪ ਦੇ ਵਿੱਚ ਤੇ ਜਿਹੜੀ ਅਮਰੀਕਾ ਇਹਦੇ ਵਿੱਚ। ਇਹ ਖਬਰ ਜਿਹੜੀ ਹੈ BBC ਨੇ ਵੀ ਲਗਾਈ ਹੈ ਜੀ ਅੱਜ। ਇਹ ਲਾਜ਼ਮੀ ਪੈਣੀ ਹੁੰਦੀ ਆ, ਦੇਖੋ ਬਦਲਦੇ ਸਮਿਆਂ ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਬਦਲਦੀਆਂ ਹੁੰਦੀਆਂ। ਇੰਟਰਨੈਸ਼ਨਲੀ ਜਿਹੜੇ ਰਿਲੇਸ਼ਨਸ ਨੇ ਉਹ ਵੀ ਬਦਲਦੇ ਨੇ, ਸੱਤਾ ਦੇ ਕੇਂਦਰ ਵੀ ਹੌਲੀ ਹੌਲੀ ਬਦਲਦੇ ਨੇ। ਕਿਸੇ ਵੇਲੇ ਸੱਤਾ ਦਾ ਕੇਂਦਰ ਬਰਤਾਨੀਆ ਸੀ, ਇੰਗਲੈਂਡ ਸੀ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ 200 ਸਾਲ ਤੱਕ ਜਿਹਨੇ ਭਾਰਤ ਤੇ ਵੀ ਲਗਭਗ ਰਾਜ ਕੀਤਾ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹਦਾ ਤਾਂ ਸੂਰਜ ਕਦੇ ਛਿਪਦਾ ਹੀ ਨਹੀਂ ਸੀ, ਇੰਗਲੈਂਡ ਦਾ ਸੂਰਜ ਤਾਂ, ਕਿਉਂਕਿ ਜਿੱਥੇ ਵੀ ਸੂਰਜ ਚੜ੍ਹਦਾ ਸੀ ਉੱਥੇ ਬਰਤਾਨੀਆ ਦਾ ਰਾਜ ਹੁੰਦਾ ਸੀ, ਉਹਦੀ ਬਸਤੀ ਹੁੰਦੀ ਸੀ। ਬਦਲਿਆ, ਫਿਰ ਬੜਾ ਕੁਝ ਬਦਲਿਆ, ਫਿਰ ਜੰਗ ਚੱਲੀ, ਸੱਤਾ ਦੇ ਕੇਂਦਰ ਦੀ ਸੱਤਾ ਦੀ ਜੰਗ ਚੱਲੀ, ਬਰਤਾਨੀਆ ਤੋਂ ਸ਼ਿਫਟ ਹੋ ਕੇ ਅਮਰੀਕਾ ਤੇ ਸੋਵੀਅਤ ਯੂਨੀਅਨ ਦੀ ਸਰਦ ਜੰਗ ਜਿਹੜੀ ਆਪਾਂ ਦੇਖੀ। ਫਿਰ ਇੱਕ ਧਰੂਵੀ ਸੰਸਾਰ ਹੁੰਦਾ ਦਿਖਾਈ ਦਿੱਤਾ, ਸੋਵੀਅਤ ਯੂਨੀਅਨ ਖਤਮ ਹੋ ਗਿਆ ਤੇ ਅਮਰੀਕਾ, ਤੇ ਇਹ ਲੱਗਾ ਵੀ ਇੱਕ ਧਰੂਵੀ ਹੋ ਗਿਆ ਸਾਰਾ ਕੁਝ। ਤੇ ਇਸੇ ਕਰਕੇ ਉਸ ਨਜ਼ਮ ਦਾ ਮੈਂ ਜ਼ਿਕਰ ਕੀਤਾ ਕਿ ਇੱਥੇ ਨੇ ਅਮਰੀਕਾ ਵਰਗੀਆਂ ਨਜ਼ਮਾਂ ਆਈਆਂ। ਫਿਰ ਲੱਗਦਾ ਹੈ ਕਿ ਹੁਣ ਸਾਰਾ ਕੁਝ ਬਦਲ ਰਿਹਾ। ਇੱਕ ਪਾਸੇ ਚਾਈਨਾ ਜਿਹੜਾ ਉਹ ਇੱਕ ਸੁਪਰ ਪਾਵਰ ਬਣਨ ਵੱਲ ਵੱਧ ਰਿਹਾ, ਤੇ ਉਹ ਟਕਰਾਅ ਵੀ ਇਸ ਕਰਕੇ ਅਮਰੀਕਾ ਤੇ ਚਾਈਨਾ ਦੇ ਅਸੀਂ ਦੇਖ ਰਹੇ ਹਾਂ। ਤੇ ਇੱਕ ਪਾਸੇ ਯੂਰਪੀ ਯੂਨੀਅਨ ਹੈ, ਕਿਸੇ ਵੇਲੇ ਜਾਪਾਨ, ਤੁਹਾਨੂੰ ਪਤਾ ਹੈ ਬਹੁਤ ਵੱਡੀ ਜਿਹੜੀ ਹੈ ਆਰਥਿਕ ਸ਼ਕਤੀ ਜਿਹੜੀ ਬਣਦੀ ਦਿਖਾਈ ਦੇ ਰਹੀ ਸੀ, ਜਾਪਾਨ ਹੋਈ ਪਈ ਸੀ। ਚੀਜ਼ਾਂ ਬਦਲਿਆ ਕਰਦੀਆਂ, ਹੁਣ ਵੀ ਬਦਲ ਰਿਹਾ ਬਹੁਤ। ਇਸ ਕਰਕੇ ਰਿਲੇਸ਼ਨ ਵੀ ਬਦਲਣਗੇ, ਜਿਹਦੇ ਨਾਲ ਸੱਤਾ ਦੀ ਤਾਕਤ ਜਿਹੜੀ ਹੈ ਉਹਦਾ ਸਮਤੋਲ ਹੋਏਗਾ। ਸੱਤਾ ਕਿਸੇ ਦੇ ਕੋਲ ਜਿਹੜੀ ਦੁਨੀਆ ਦੀ ਸੱਤਾ ਦੀ ਗੱਲ ਮੈਂ ਕਰ ਰਿਹਾ, ਤੇ ਕਮਜ਼ੋਰ ਪਏਗੀ, ਤੇ ਰਿਲੇਸ਼ਨ ਵੀ ਬਦਲਣਗੇ। ਸੋ ਇਹ ਸਾਰੀਆਂ ਚੀਜ਼ਾਂ ਬਦਲਣਗੀਆਂ, ਹੋਰ ਵੀ ਬਦਲਣਗੀਆਂ। ਸੋ ਇਸੇ ਮੁਤਾਬਕ ਜਿਹੜਾ ਆ ਬਦਲਦੇ ਸੰਦਰਭ ਦੇ ਵਿੱਚ, ਬਦਲਦੇ ਨਜ਼ਰੀਏ ਦੇ ਨਾਲ ਹੀ ਦੁਨੀਆ ਚੱਲਦੀ। ਦਸਾਂਝ ਸਾਹਿਬ, ਜੇ ਇਕੱਲੇ ਭਾਰਤ ਦੀ ਆਪਾਂ ਗੱਲ ਕਰਕੇ ਵੇਖੀਏ, ਭਾਰਤ ਸਰਕਾਰ ਦਾ ਜਿਹੜਾ ਆਫੀਸ਼ੀਅਲ ਸਟੈਂਡ ਆ ਉਹ ਅੱਜ ਤੱਕ ਇਹ ਆ ਕਿ ਜਿਹੜੇ ਤਾਲਿਬਾਨ ਨੇ ਇਹ ਟੈਰਰਿਸਟ ਆਰਗੇਨਾਈਜੇਸ਼ਨ ਆ। ਤੇ ਹੁਣ ਜਦੋਂ ਉੱਥੇ ਸਰਕਾਰ ਬਣਾਉਣ ਜਾ ਰਹੇ ਨੇ, ਇੱਕ ਦੋ ਦਿਨਾਂ ਚ ਉਹਨਾਂ ਨੇ ਪ੍ਰੋਪਰ ਤਰੀਕੇ ਦੀ ਸਰਕਾਰ ਕਹਿੰਦੇ ਬਣਾ ਦੇਣੀ ਆ, ਤੇ ਬੈਕਡੋਰ ਚੈਨਲ ਦੇ ਰਾਹੀਂ ਭਾਰਤ ਉਹਨਾਂ ਨਾਲ ਗੱਲਬਾਤ ਵੀ ਕਰ ਰਿਹਾ। ਬੈਕਡੋਰ ਕੀ, ਹੁਣ ਤੇ ਭਾਰਤ ਨੇ ਮੰਨ ਵੀ ਲਿਆ ਕਿ ਸਾਡੀ ਦੋਹਾਂ ਚ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਆ। ਵਿਦੇਸ਼ ਮੰਤਰੀ ਭਾਰਤ ਦੇ ਜੈ ਸ਼ੰਕਰ ਦਾ ਬਿਆਨ ਵੀ ਪਿਛਲੇ ਦਿਨੀ ਆ ਗਿਆ ਸੀਗਾ ਕਿ ਸਾਡੀ ਗੱਲਬਾਤ ਉਹਨਾਂ ਨਾਲ ਚੱਲ ਰਹੀ ਆ। ਦੂਜੇ ਪਾਸੇ UN ਦੇ ਵਿੱਚ ਜਦੋਂ ਪ੍ਰਧਾਨਗੀ ਕਰ ਰਿਹਾ ਸੀ, 30 ਤਰੀਕ ਨੂੰ ਲੰਘੀ ਨੂੰ ਥੋੜੇ ਦਿਨ ਹੀ ਹੋਏ ਆ, ਭਾਰਤ ਨੇ ਉੱਥੇ ਆਪਣੇ ਅਸਰ ਰਸੂਖ ਨਾਲ ਮਤਾ ਪਾਸ ਕਰਾਇਆ ਸੀਗਾ ਤਾਲਿਬਾਨ ਦੇ ਖਿਲਾਫ, ਤੇ ਉਹਨਾਂ ਨੂੰ
ਇੱਕ ਟੈਰਰਿਸਟ ਸਟੇਟ ਵਾਂਗੂ ਜਿਹੜਾ ਵਾ ਉਹ ਡਿਕਲੇਅਰ ਕਰਾਇਆ ਸੀਗਾ, ਦੁਨੀਆ ਨੂੰ ਖਤਰਾ ਦੱਸਿਆ ਸੀ ਉਤੋਂ। ਸੋ ਇਹਨਾਂ ਹਾਲਾਤਾਂ 'ਚ ਤਵਾਜ਼ਨ ਕਿੱਦਾਂ ਰੱਖਿਆ ਜਾਏਗਾ ਤੁਹਾਨੂੰ ਲੱਗਦਾ? ਦੇਖੋ, ਇਸ ਖਿੱਤੇ ਦੇ ਵਿੱਚ ਜਿਹੜਾ ਹੈਗਾ ਅਮਨ ਅਮਾਨ ਵਾਸਤੇ, ਸ਼ਾਂਤੀ ਵਾਸਤੇ ਤਾਲਿਬਾਨ ਦੇ ਨਾਲ ਜਿਹੜੇ ਸਬੰਧ ਹੈ ਵੱਖ-ਵੱਖ ਮੁਲਕਾਂ ਨੂੰ, ਉਹਨਾਂ ਨੂੰ ਬਣਾਉਣੇ ਪੈਣੇ। ਭਾਰਤ ਨੂੰ ਵੀ, ਭਾਰਤ ਲਈ ਦੋਵੇਂ ਖਤਰੇ ਹੈਗੇ ਆ। ਇੱਕ ਤਾਂ ਸਾਡਾ ਜਿਹੜਾ ਇੱਕ ਦੂਜੇ ਦੇ ਨਾਲ ਆਦਾਨ ਪ੍ਰਦਾਨ ਜੁੜਿਆ ਹੋਇਆ, ਜਿਹੜਾ ਵਪਾਰ ਜੁੜਿਆ ਹੋਇਆ, ਤੇ ਉਹਦੇ 'ਚ ਦੋਨਾਂ ਮੁਲਕਾਂ ਦਾ ਬਹੁਤ ਨੁਕਸਾਨ ਹੋਏਗਾ, ਭਾਰਤ ਦਾ ਵੀ ਹੋਏਗਾ ਤੇ ਅਫਗਾਨਿਸਤਾਨ ਦਾ ਵੀ ਹੋਏਗਾ। ਦੂਜਾ ਜਿਹੜਾ ਇੱਕ ਖਤਰਾ, ਜਿੱਦਾਂ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਕਸ਼ਮੀਰ ਦੇ ਹਵਾਲੇ ਦੇ ਨਾਲ, ਜਾਂ ਕੁਝ ਖਬਰਾਂ ਇੱਦਾਂ ਦੀਆਂ ਵੀ ਆ ਰਹੀਆਂ ਕਿ ਕੁਝ ਜਿਹੜੇ ਜਿਹੜਾ ਤਾਲਿਬਾਨ ਦਾ ਉੱਥੇ ਮੁਕਾਬਲਾ ਕਰ ਰਿਹਾ ਸੰਗਠਨ, ਜਿਹੜਾ ਜਾਂ ਕਹਿ ਲਓ ਉਹਦੇ ਉਹਦੇ 'ਚ ਕਹਿ ਲਓ ਵੀ ਟਕਰਾਅ ਦੀ ਸਥਿਤੀ 'ਚ ISIS ਉਹਦਾ ਖੁਰਾਸਾਨ, ਪਤਾ ਨਹੀਂ ਕਿਹੜਾ ਕੀ ਨਾਮ, ਖੁਰਾਸਾਨ ਕਹਿੰਦੇ। ਤੇ ਉਹਦੇ ਕੁਝ ਜਿਹੜੇ ਐਲੀਮੈਂਟ ਜਿਹੜੇ ਹੈ ਸਾਡੇ ਭਾਰਤ ਦੀਆਂ ਵੱਖ ਸਟੇਟਸ ਦੇ ਵਿੱਚ, ਕਰਨਾਟਕਾ ਦੇ ਵਿੱਚ, ਤਾਮਿਲਨਾਡੂ ਦੇ ਵਿੱਚ ਦੇਖੇ ਗਏ ਆ। ਸੋ ਖਤਰੇ ਬਰਕਰਾਰ ਨੇ, ਤੇ ਮੈਨੂੰ ਲੱਗਦਾ ਕਿ ਜੇ ਉੱਥੇ ਸਰਕਾਰ ਬਣ ਗਈ, ਜਿਹੜੀ ਬਣੇ ਜਾਣੀ ਅੱਜ ਭਲਕੇ ਉਹ ਅਨਾਊਂਸ ਹੋ ਜਾਣਾ ਹੈ, ਮੁੱਲਾ ਬਰਦਾਰ ਸ਼ਾਇਦ ਉੱਥੇ ਰਾਸ਼ਟਰਪਤੀ ਬਣਾਇਆ ਜਾ ਰਿਹਾ, ਜਿਹੜਾ ਉਹਨਾਂ ਦਾ ਦੂਜੀ ਨੰਬਰ ਦਾ ਲੀਡਰ ਹੈ ਤਾਲਿਬਾਨ ਦਾ। ਤੇ ਫਿਰ ਸਾਰੇ ਮੁਲਕਾਂ ਨੂੰ, ਚਾਹੇ ਉਹ ਚੰਗੇ ਆ ਮਾੜੇ ਆ, ਦੇਖੋ ਅਫਗਾਨਿਸਤਾਨ ਨਾਲ ਜਿਹੜੇ ਰਿਸ਼ਤੇ ਆ ਉਹਦੇ ਤੇ ਸਰਕਾਰ ਕਿਹਦੀ ਆ, ਹਕੂਮਤ ਕਿਹਦੀ ਹੈ, ਇਹ ਬਾਅਦ ਦੀਆਂ ਗੱਲਾਂ ਨੇ। ਪਰ ਕਿਸੇ ਮੁਲਕ ਨਾਲ ਰਿਸ਼ਤੇ ਤਾਂ ਰੱਖਣੇ ਪੈਣਗੇ ਨਾ ਤੁਹਾਨੂੰ, ਗੁਆਂਢੀ ਮੁਲਕ ਨਾਲ ਖਾਸ ਤੌਰ ਦੇ ਉੱਤੇ। ਜੇ ਗੁਆਂਢ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਥਿਤੀ ਹੈ, ਗੁਆਂਢ ਚੱਗਾ ਲੱਗ ਰਹੀਆਂ, ਤਾਂ ਤੁਹਾਡਾ ਘਰ ਵੀ ਸੁਰੱਖਿਅਤ ਨਹੀਂ ਰਹਿ ਸਕਦਾ। ਇਸ ਕਰਕੇ ਭਾਰਤ ਇਸ ਪਾਸੇ ਵੱਲ ਨੂੰ ਵੱਧ ਵੀ ਰਿਹਾ। ਇਸ ਸਾਰੇ ਖਿੱਤੇ ਵਿੱਚ ਸ਼ਾਂਤੀ ਵਾਸਤੇ ਇਹ ਸਾਰੇ ਮੁਲਕਾਂ ਨੂੰ ਇੱਕ ਦੂਜੇ ਦਾ ਤਾਲਮੇਲ ਰੱਖਣਾ ਪਏਗਾ। ਉਹ ਚਾਹੇ ਈਰਾਨ ਹੋਵੇ, ਚਾਹੇ ਪਾਕਿਸਤਾਨ ਹੋਵੇ, ਤੁਰਕਮੇਨਿਸਤਾਨ ਹੋਵੇ, ਚੀਨ ਬਾਰੇ ਤਾਂ ਤਾਲਿਬਾਨ ਨੇ ਵੀ ਸਪਸ਼ਟ ਕਰ ਦਿੱਤਾ, ਚੀਨ ਵੀ ਸਪਸ਼ਟ ਕਰ ਚੁੱਕਾ ਹੈ, ਤੇ ਪਾਕਿਸਤਾਨ ਹੋਵੇ। ਸੋ ਸਾਰੇ ਮੁਲਕਾਂ ਨੂੰ ਆਪੋ ਆਪਣੇ ਤਾਲਮੇਲ ਨੂੰ ਇਸ ਤਰ੍ਹਾਂ ਬਿਹਤਰ ਕਰਨਾ ਚਾਹੀਦਾ ਹੈ, ਕਰਨਾ ਪਏਗਾ, ਲੋੜ ਵੀ ਇੱਕ ਦੂਜੇ ਦੀ, ਤਾਂ ਜੋ ਇਹ ਸਾਰੇ ਖਿੱਤੇ 'ਚ ਅਮਨ ਅਮਾਨ ਬਣ ਜਾਵੇ। ਭਾਰਤ ਦੀ ਵੀ ਇਹ ਲੋੜ। ਦਸਾਂਝ ਸਾਹਿਬ, ਚਲੋ ਤਾਲਿਬਾਨ ਤੋਂ ਹਟ ਕੇ ਆਪਾਂ ਥੋੜੀ ਜਿਹੀ ਭਾਰਤ ਵਾਲੇ ਪਾਸੇ ਵੀ ਗੱਲਾਂ ਬਾਤਾਂ ਕਰ ਲਈਏ। ਇੱਕ ਤਾਂ ਮੇਰੇ ਨਜ਼ਰ 'ਚ ਇਹ ਖਬਰ ਆ ਰਹੀ ਆ ਕਿ ਪੰਜਾਬ ਦੀ ਵਿਧਾਨ ਸਭਾ 'ਚ ਗੁਰੂ ਤੇਗ ਬਹਾਦਰ ਸਾਹਿਬ ਦੇ ਨੂੰ ਸਮਰਪਿਤ ਇੱਕ ਦਿਨ ਦਾ ਸੈਸ਼ਨ ਹੋਇਆ। ਭਾਰਤ ਸਰਕਾਰ ਨੇ ਵੀ ਪੂਰਾ ਸਾਲ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਨੂੰ ਯਾਦ ਨੂੰ ਸਮਰਪਿਤ ਇਹ ਸਾਲ ਜਿਹੜਾ ਹੈ ਉਹ ਕੀਤਾ। ਕਹਿੰਦੇ ਨੇ ਕਿ ਬਹੁਤ ਸਾਰੇ ਫੰਕਸ਼ਨ ਹੋਣਗੇ। ਆਪਾਂ ਲਗਾਤਾਰ ਦੇਖਦੇ ਆਉਂਦੇ ਆ ਕਿ ਇਹਨਾਂ ਮਹਾਂਪੁਰਖਾਂ ਦੇ ਦਿਨ ਵੀ ਮਨਾਈ ਜਾਂਦੇ ਆ, ਭਾਵੇਂ ਸਾਡੇ ਗੁਰੂ ਸਾਹਿਬਾਨ ਨੇ ਜਾਂ ਹੋਰ ਸਾਡੇ ਜਿਹੜੇ ਵਡੇਰੇ ਜਿਨ੍ਹਾਂ ਤੋਂ ਅਸੀਂ ਸਿੱਖਿਆ ਲਈ ਆ, ਤੇ ਜਾਂ ਸਾਡੇ ਸ਼ਹੀਦ ਨੇ ਬਹੁਤ ਸਾਰੇ, ਸ਼ਹੀਦ ਭਗਤ ਸਿੰਘ ਰਾਂ ਨੂੰ ਲੈ ਲਈਏ, ਊਧਮ ਸਿੰਘ ਰਾਂ ਦੀ ਬਰਸੀ ਲੰਘ ਕੇ ਗਏ, ਹੋਰ ਲੋਕਾਂ ਨੂੰ ਉਹਨਾਂ ਦੇ ਦਿਨ ਵੀ ਸਰਕਾਰਾਂ ਮਨਾਈ ਜਾਂਦੀਆਂ। ਤੇ ਉਹਨਾਂ ਦੇ ਜਿਹੜੇ ਵਿਚਾਰ ਨੇ, ਜਿਹੜੀ ਉਹਨਾਂ ਦੀ ਆਈਡੀਓਲੋਜੀ ਆ, ਜਾਂ ਜਿਹੜਾ ਸੰਦੇਸ਼ ਹੈ ਉਹਨਾਂ ਦਾ, ਉਹਦੇ ਤੋਂ ਮੁਨਕਰ ਵੀ ਹੋਈ ਜਾਂਦੀਆਂ ਨੇ। ਇਹ ਜਿਹੜੀ ਦੂਹਰਾਪਣ ਆ ਸਾਡੇ ਸਮਾਜਿਕ ਤਾਣੇ ਬਾਣੇ ਦਾ, ਸਰਕਾਰ ਦਾ ਖਾਸ ਕਰਕੇ, ਤੇ ਨਾਲ ਦੇ ਨਾਲ ਸਾਡੇ ਸਮਾਜ ਦਾ ਵੀ, ਕਿ ਅਸੀਂ ਉਹਨਾਂ ਵਡੇਰਿਆਂ ਦੀ ਜਿਹੜੀ ਫਿਲਾਸਫੀ ਆ ਜਾਂ ਜਿਹੜੇ ਉਹਨਾਂ ਦੇ ਕੀਤੇ ਕੰਮ ਹੈ, ਉਹਨਾਂ ਤੋਂ ਕੋਈ ਸਿੱਖਿਆ ਤੇ ਲੈਂਦੇ ਨਹੀਂ, ਪਰ ਅਡੰਬਰ ਅਸੀਂ ਹਰ ਵਾਰੀ ਵੱਡੇ ਤੋਂ ਵੱਡਾ ਕਰਨ ਦਾ ਯਤਨ ਕਰਦੇ ਹਾਂ। ਇਹ ਜਿਹੜੀ ਦੂਰੀ ਮਾਨਸਿਕਤਾ ਆ, ਇਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਜੀ ਸਾਹਿਬ, ਇਸ ਤਰ੍ਹਾਂ ਹੈ ਵੀ ਅਸੀਂ ਅਸਲ 'ਚ ਅਸੀਂ ਨਹੀਂ ਕੱਲਿਆਂ ਨੇ। ਤੁਸੀਂ ਹੁਣੇ ਜ਼ਿਕਰ ਕਰਕੇ ਹਟਿਆ ਲੇਬਰ ਡੇ ਦਾ, ਚਾਹੇ ਉਹ 1 ਮਈ ਹੈ, ਚਾਹੇ 3 ਸਤੰਬਰ ਹੈ, ਚਾਹੇ ਉਹ 8 ਮਾਰਚ ਦਾ ਇਸਤਰੀ ਦਿਵਸ ਹੈਗਾ ਆ, ਜਾਂ ਵੱਖ-ਵੱਖ ਦਿਨ ਜਿਹੜੇ ਅਸੀਂ ਮਨਾਉਂਦੇ ਆ, ਜਾਂ ਆਪਣੇ ਗੁਰੂਆਂ ਪੀਰਾਂ ਨੂੰ ਧਿਆਉਂਦੇ ਆ, ਜਾਂ ਕਹਿ ਲਓ ਵੀ ਉਹਨਾਂ ਦੇ ਦਿਨ ਮਨਾਉਂਦੇ ਆ, ਪ੍ਰਕਾਸ਼ ਪੁਰਬ ਮਨਾਉਂਦੇ ਆ, ਸ਼ਹੀਦੀ ਦਿਨ ਮਨਾਉਂਦੇ ਆ। ਓਵਰਆਲ ਅਸੀਂ ਇਹਨਾਂ ਦਿਨਾਂ ਨੂੰ ਇੱਕ ਰਸਮ ਦੇ ਤੌਰ ਤੇ ਲੈ ਲਿਆ ਬਸ, ਤੇ ਆਪਣੇ ਜੀਵਨ 'ਚ ਨਹੀਂ ਉਤਾਰਿਆ। ਮਸਲਾ ਇਹ ਹੁੰਦਾ ਹੈ ਕਿ ਅਸੀਂ ਉੱਦਾਂ ਵਿਹਾਰ ਹੀ ਕਰਾਂਗੇ ਜਿੱਦਾਂ ਦਾ ਅਸੀਂ ਜਿਹੜਾ ਢੰਗ ਤਰੀਕਾ ਅਪਣਾਵਾਂਗੇ। ਜੇ ਅਸੀਂ ਉਹਨੂੰ ਆਪਣੇ ਜੀਵਨ 'ਚ ਉਤਾਰਿਆ ਹੋਵੇ, ਗੁਰੂ ਸਾਹਿਬਾਨ ਦਾ ਤੁਸੀਂ ਜ਼ਿਕਰ ਕਰਦੇ ਆ, ਤਾਂ ਲਾਜ਼ਮੀ ਤੌਰ ਤੇ ਸਾਡਾ ਵਿਹਾਰ ਵੀ ਉੱਦਾਂ ਦਾ ਹੋਵੇ। ਜੀਵਨ 'ਚ ਇੱਕ ਵਿਅਕਤੀ ਦੇ ਨਹੀਂ ਉਤਾਰਨਾ ਹੁੰਦਾ, ਸਾਰੀ ਸੁਸਾਇਟੀ ਦੇ ਵਿੱਚ ਜਿਹੜੀਆਂ ਚੀਜ਼ਾਂ ਜਾਂਦੀਆਂ ਨੇ, ਤੇ ਸਮਾਜ ਦਾ ਜਿਹੜਾ ਓਵਰਆਲ ਜਿਹੜਾ ਵਿਹਾਰ ਹੈ, ਇੱਕ ਬੰਦੇ ਦਾ ਵਿਹਾਰ ਸਮੁੱਚੇ ਸਮਾਜ ਦਾ ਵਿਹਾਰ ਜਿਹੜਾ ਆ ਉਹ ਨਹੀਂ ਹੁੰਦਾ। ਬਹੁਤੇ ਬੰਦਿਆਂ ਦਾ ਵਿਹਾਰ, ਜਾਂ ਕਹਿ ਲਓ ਵੀ
ਵੱਡੀ ਤਾਦਾਦ ਦੇ ਵਿੱਚ ਜਿਹੜੇ ਲੋਕ ਵਿਹਾਰ ਕਰਦੇ ਨੇ, ਉਹ ਫਿਰ ਸਮਾਜ ਦਾ ਵਿਹਾਰ ਬਣ ਜਾਂਦਾ। ਸੁਸਾਇਟੀ ਕਿੱਦਾਂ ਸਾਰੀਆਂ ਚੀਜ਼ਾਂ ਨੂੰ ਲੈਂਦੀ ਹੈ, ਸੁਸਾਇਟੀ ਕਿੱਦਾਂ ਲੈਂਦੀ ਹੈ? ਸੁਸਾਇਟੀ ਜਿਹੜੀ ਹੈ ਉਹਦੇ 'ਚ, ਜਾਂ ਸਮਾਜ ਜਿਹੜਾ ਆ ਉਹਦੇ 'ਚ ਚੀਜ਼ਾਂ ਉੱਦਾਂ ਵਾਪਰਿਆ ਕਰਦੀਆਂ ਜਿੱਦਾਂ ਸਮਾਜ ਦੇ ਉੱਤੇ ਜਿਹੜੇ ਰਾਜ ਕਰਨ ਵਾਲੇ ਲੋਕ ਆ ਉਹਨਾਂ ਦਾ ਵਿਹਾਰ ਹੁੰਦਾ। ਮੇਰੀ ਗੱਲ ਤੁਸੀਂ ਸਮਝੋ, ਮੇਰੇ ਕਹਿਣ ਦਾ ਮਤਲਬ ਹੈ ਕਿ ਜੇ ਸਾਡੀ ਪੋਲੀਟੀਕਲ ਜਿਹੜਾ ਸਟਰਕਚਰ ਹੈ, ਜਿਹੜਾ ਰਾਜ ਭਾਗ ਨੂੰ ਚਲਾਉਂਦਾ ਹੈ, ਉਹਦੇ 'ਚ ਇਸ ਤਰ੍ਹਾਂ ਦੀ ਕਮੀਆਂ ਪੇਸ਼ੀਆਂ ਨੇ, ਖਾਮੀਆਂ ਨੇ, ਨੁਕਸ ਨੇ, ਤਾਂ ਉਹ ਸਾਰੇ ਨੁਕਸ ਜਿਹੜੇ ਆ ਤੁਹਾਡੀ ਸੁਸਾਇਟੀ 'ਚ ਵੀ ਆਉਣਗੇ। ਮਤਲਬ ਜੇ ਮੈਂ ਗੱਲ ਕਰਦਾ ਵੀ ਪੋਲੀਟੀਕਲੀ ਸਟੇਬਿਲਿਟੀ ਨਹੀਂ ਹੈ, ਸਥਿਰਤਾ ਦਾ ਮਾਹੌਲ ਹੈ ਸਿਆਸੀ ਤੌਰ ਦੇ ਉੱਤੇ, ਤਾਂ ਸਮਾਜ ਵੀ ਅਸਥਿਰ ਹੀ ਰਹੇਗਾ, ਕਿਉਂਕਿ ਸਮਾਜ ਨੂੰ ਕੰਟਰੋਲ ਉਹਨੇ ਕਰਨਾ ਹੈ। ਸੋ ਇਸ ਕਰਕੇ ਜੇ ਪੋਲੀਟੀਕਲੀ ਕਰਪਸ਼ਨ ਹੈ, ਮੰਨ ਲਓ ਜੇ ਟੋਟਲ ਕਰਪਸ਼ਨ ਦੀ ਜੜ ਹੈ ਉਹ ਪੋਲੀਟੀਕਲ ਕਰਪਸ਼ਨ ਹੈ, ਤਾਂ ਸਮਾਜ ਵੀ ਕਰਪਟ ਹੀ ਹੋਏਗਾ। ਤੇ ਜੇ ਸਿਆਸੀ ਤੌਰ ਦੇ ਉੱਤੇ ਅਸੀਂ ਜਿਹੜੇ ਦਿਨ ਹੈ ਜਾਂ ਸਿਆਸੀ ਜਮਾਤ ਜਿਹੜੀ ਹੈ, ਜਿਹੜੇ ਹਾਕਮ ਨੇ, ਉਹਨਾਂ ਨੇ ਦਿਨਾਂ ਨੂੰ ਇੱਕ ਪ੍ਰਤੀਕ ਦੇ ਤੌਰ ਤੇ ਬਣਾਉਣਾ ਆ, ਪਰ ਆਪਣੇ ਕਾਰ ਵਿਹਾਰ ਦੇ ਵਿੱਚ ਜਿਹੜਾ ਉਹ ਆਦਰਸ਼ ਨਹੀਂ ਲੈ ਕੇ ਆਉਣੇ, ਤਾਂ ਫਿਰ ਸਮਾਜ ਦੇ ਵਿੱਚੋਂ ਕਿੱਦਾਂ ਹੋਊ? ਸੋ ਇਸ ਕਰਕੇ ਇਹ ਚੀਜ਼ਾਂ ਹੋ ਰਹੀਆਂ ਨੇ। ਅਸੀਂ ਸਿਰਫ ਇੱਕ ਰਸਮ ਬਣਾ ਲਿਆ ਦਿਨਾਂ ਨੂੰ, ਜਾਂ ਇੱਕ ਦਿਨ ਆ ਗਿਆ ਉਹਨੂੰ ਮਨਾ ਲੈਂਦੇ ਆ। ਜਿੱਦਾਂ ਮੈਂ ਸ਼ੁਰੂ 'ਚ ਕਿਹਾ ਸੀ, ਜੇ ਅਸੀਂ ਕਿਰਤ ਦੀ ਗੱਲ ਕਰਦੇ ਹਾਂ ਤੇ ਹਰ ਦਿਨ ਹੀ ਕਿਰਤੀ ਦਾ, ਇਹ ਦੁਨੀਆ ਉਸੇ ਕਿਰਤੀ ਦੇ ਹੱਥਾਂ ਨਾਲ ਹੈ। ਇਹ ਜਿਹੜੀ ਖੂਬਸੂਰਤ ਦੁਨੀਆ ਸਾਨੂੰ ਦਿਖਾਈ ਦੇ ਰਹੀ ਹੈ, ਜੇ ਜੋ ਕੁਝ ਵੀ ਖੂਬਸੂਰਤ ਹੈ, ਕੰਸਟਰਕਸ਼ਨ ਜਿਹੜੀ ਹੈ ਉਹ ਸਾਰੀ ਜਿਹੜੀ ਹੈ ਇਹ ਕਿਰਤੀ ਹੱਥਾਂ ਦੀ, ਪਰ ਕਿਰਤ ਦੀ ਕਦਰ ਨਹੀਂ ਹੈ ਕਿਤੇ, ਪਰ ਕਿਰਤ ਦੇ ਨਾਂ ਦੇ ਉੱਤੇ ਦਿਨ ਜ਼ਰੂਰ ਮਨਾ ਲਏ ਜਾਂਦੇ। ਏਦਾਂ ਹੀ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਇਆ। ਪਹਿਲਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸੀ, ਲੈਕਚਰ ਹੋ ਗਿਆ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਫਿਲਾਸਫੀ ਬਾਰੇ, ਗੁਰੂ ਸਾਹਿਬਾਨ ਦੀ ਫਿਲਾਸਫੀ ਬਾਰੇ ਭਾਸ਼ਣਬਾਜ਼ੀ ਹੋ ਗਈ। 1 ਵਜੇ ਤੱਕ ਫਿਰ ਇਹ ਕੰਮ ਹੋਇਆ। ਉਸ ਤੋਂ ਬਾਅਦ ਫਿਰ ਜਦੋਂ ਜੁੜਿਆ ਰੌਲਾ ਰੱਪਾ ਸ਼ੁਰੂ ਹੋ ਗਿਆ। ਸੁਖਬੀਰ ਬਾਦਲ ਤੇ ਉਹਨਾਂ ਦੀ ਜਿਹੜੇ ਧਿਰ ਦੇ ਲੋਕ ਨੇ, ਉਹਨਾਂ ਨੇ ਉਸੇ ਤਰ੍ਹਾਂ ਦਾ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਜਿੱਦਾਂ ਆਮ ਤੌਰ ਤੇ ਬਾਕੀ ਦਿਨਾਂ 'ਚ ਹੁੰਦਾ। ਤੇ ਫਿਰ ਸਪੀਕਰ ਸਾਹਿਬ ਨੇ ਕਿਹਾ ਕਿ ਸ਼ੁਰੂ ਤੋਂ ਇਹ ਗੱਲਾਂ ਆਪਾਂ ਕਰ ਲਾਂਗੇ, 5-6 ਦਿਨ ਦਾ ਸੈਸ਼ਨ ਜਿਹੜਾ ਆ ਉਹ ਆਉਂਦੇ ਦਿਨਾਂ 'ਚ ਆਪਾਂ ਲੈ ਕੇ ਆਵਾਂਗੇ, ਉਦੋਂ ਇਹ ਗੱਲਾਂ ਕਰ ਦਾਂਗੇ। ਅੱਜ ਸਮਰਪਿਤ ਆਪਾਂ ਕਿਸੇ ਖਾਸ ਦਿਨ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੈ। ਬਾਅਦ ਵਿੱਚ ਮਿੱਥੇ ਸਮੇਂ ਲਈ ਜਿਹੜਾ ਆ ਉਹ ਸੈਸ਼ਨ ਮੁਲਤਵੀ ਕਰ ਦਿੱਤਾ ਗਿਆ। ਹੁਣ ਉਡੀਕ ਰਹੇ ਕਿ ਕਦੋਂ 5-4-6 ਦਿਨ ਦਾ ਨਵਾਂ ਸੈਸ਼ਨ ਆਏਗਾ ਤੇ ਉੱਥੇ ਪਹੁੰਚੇਗਾ। ਜੀ ਦਸਾਂਝ ਸਾਹਿਬ, ਮੋਗਾ ਜੋ ਕੁਝ ਹੋਇਆ ਉਹਦੀ ਅਸੀਂ ਖਬਰਾਂ ਤੇ ਸਾਂਝੀਆਂ ਕਰ ਚੁੱਕੇ ਹਾਂ। ਉਹਨੂੰ ਲੈ ਕੇ ਕਿਸਾਨਾਂ ਵਿੱਚ ਬੜਾ ਭਾਰੀ ਰੋਸ ਹੈ ਕਿ ਜਿਹੜੀ ਕੈਪਟਨ ਦੀ ਸਰਕਾਰ ਹੈ ਉਹਨੇ ਵੀ ਉਹੀ ਰੰਗ ਦਿਖਾਇਆ ਜੋ ਖੱਟੜ ਸਾਹਿਬ ਦੀ ਸਰਕਾਰ ਸੀ। ਆਪਾਂ ਲਗਾਤਾਰ ਇਹ ਗੱਲ ਤੇ ਕਰਦੇ ਆਏ ਹਾਂ ਕਿ ਇਲੈਕਸ਼ਨ ਹੋ ਲੈਣ ਦਿਓ, ਬਾਅਦ ਵਿੱਚ ਜਿਹੜੀ ਸਰਕਾਰ ਪਾਵਰ 'ਚ ਆਏਗੀ ਉਹਦਾ ਤੇ ਮੋਦੀ ਸਾਹਿਬ ਦੀ ਫਿਲਾਸਫੀ ਦਾ, ਉਹਨਾਂ ਦੀ ਕੰਮ ਕਰਨ ਦੀ ਸ਼ੈਲੀ ਦਾ ਕੋਈ ਅੰਤਰ ਸਾਨੂੰ ਨਜ਼ਰ ਨਹੀਂ ਆਏਗਾ। ਸਰਕਾਰ ਜਿਹੜੀ ਮਰਜ਼ੀ ਭਾਵੇਂ ਆ ਜੇ। ਤੇ ਜਿਹੜਾ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਉਹਦਾ 8 ਸਤੰਬਰ ਤੱਕ ਦਾ ਕਿਸਾਨਾਂ ਨੇ ਅਲਟੀਮੇਟਮ ਦਿੱਤਾ ਕਿ ਉਹ ਪਰਚੇ ਵਾਪਸ ਲੈ ਜਾਣ। ਤੇ ਉਸ ਤੋਂ ਵੀ ਵੱਡੀ ਗੱਲ ਇਹ ਆ ਕਿ 5 ਤਰੀਕ ਨੂੰ ਇੱਕ ਵੱਡਾ ਪ੍ਰੋਗਰਾਮ ਜਿਹੜਾ ਕਿਸਾਨਾਂ ਨੇ ਰੱਖਿਆ ਹੋਇਆ, ਤੇ ਵਿੱਚ ਵਿਚਾਲੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ ਤੇ ਜਿਹੜਾ ਉਹ ਧਿਆਨ ਹੈ ਉਹ ਵੰਡਿਆ ਜਾਂਦਾ ਹੈ ਕਿਤੇ ਨਾ ਕਿਤੇ। ਉੱਪਰ ਜਿਹੜਾ ਇੱਕ ਪਾਸੇ ਸਾਰੀ ਕਿਸਾਨ ਲੀਡਰਸ਼ਿਪ ਲੱਗੀ ਹੋਈ ਸੀ ਉਹਦਾ ਧਿਆਨ ਵੰਡਿਆ ਜਾਂਦਾ, ਤੇ ਲੀਡਰਸ਼ਿਪ ਬਾਰ-ਬਾਰ ਕਹਿ ਰਹੀ ਆ ਕਿ ਥੋੜਾ ਸੰਜਮ ਨਾਲ ਸਾਨੂੰ ਕੰਮ ਕਰਨ ਦੀ ਲੋੜ ਆ। ਹਾਲਾਤ ਜਿੱਦਾਂ ਅਸੀਂ ਕੱਲ ਡਿਸਕਸ ਕੀਤਾ ਸੀਗਾ, ਰਾਸ਼ਟਰਪਤੀ ਰਾਜ ਵਾਲੇ ਨਾ ਬਣ ਜਾਣ ਜਾਂ ਸਰਕਾਰ ਨੂੰ ਬਹਾਨਾ ਨਾ ਮਿਲ ਜੇ ਕਿ ਪੰਜਾਬ 'ਚ ਉਹ ਡਿਸਟਰਬੈਂਸ ਹੈ ਜਿਹੜੀ ਉਹ ਕਰਨੀ ਚਾਹੁੰਦੇ ਨੇ। ਤੇ ਰਾਜੇਵਾਲ ਇਹਨਾਂ ਦਾ ਹੋਰ ਲੀਡਰਸ਼ਿਪ ਦੇ ਬਿਆਨ ਲਗਾਤਾਰ ਜਿਹੜੇ ਉਹ ਆ ਰਹੇ ਆ। ਦੂਜੇ ਪਾਸੇ ਉਹ ਨਸੀਹਤ ਵੀ ਕਰ ਰਹੇ ਆ ਰਾਜਨੀਤਿਕ ਪਾਰਟੀਆਂ ਨੂੰ ਕਿ ਉਹ ਵੀ ਥੋੜਾ ਸੰਜਮ ਤੋਂ ਕੰਮ ਲੈਣ। ਅਜੇ ਬੜੀ ਦੂਰ ਹੈ ਇਲੈਕਸ਼ਨ, ਤੇ ਇਲੈਕਸ਼ਨ ਦਾ ਜਿਹੜਾ ਤੁਸੀਂ ਰਾਮ ਰੌਲਾ ਸ਼ੁਰੂ ਕੀਤਾ ਉਹਨੂੰ ਥੋੜਾ ਜਿਹਾ ਰੁਕ ਕੇ ਕਰ ਲੈਣਾ, ਅਜੇ ਉਹ ਨਾ ਕਰੋ। ਇਹ ਸਾਰਾ ਜੋ ਘਟਨਾਕ੍ਰਮ ਚੱਲ ਰਿਹਾ ਇਹ ਮਤਲਬ ਕਿਸ ਤਰ੍ਹਾਂ ਦਾ ਤੁਹਾਨੂੰ ਨਜ਼ਰ ਆ ਰਿਹਾ ਪੰਜਾਬ ਦੀ ਕਿਸਾਨ ਅੰਦੋਲਨ ਨੂੰ ਲੈ ਕੇ? ਦੇਖੋ, ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਕੱਲ ਮੀਟਿੰਗ ਹੋਈ, ਉਸ ਮੀਟਿੰਗ 'ਚ ਬਿਲਕੁਲ ਸਾਫ਼ ਤੌਰ ਦੇ ਉੱਤੇ ਜਿਹੜੇ ਕੁਝ ਫੈਸਲੇ ਕੀਤੇ ਗਏ, ਜਿਹੜੇ ਬਾਅਦ 'ਚ ਬਰੀਫ ਕੀਤੇ ਗਏ ਪ੍ਰੈਸ ਨੂੰ। ਉਹਦੇ 'ਚ ਉਹਨਾਂ ਨੇ ਨੰਬਰ 1 ਤਾਂ ਇਹ ਹੈ ਕਿ ਜਿਹੜਾ ਅਲਟੀਮੇਟਮ ਦਾ ਤੁਸੀਂ ਜ਼ਿਕਰ ਕੀਤਾ ਕਿ 200 ਦੇ ਕਰੀਬ ਜਿਹੜੇ
ਕਿਸਾਨ ਹੈ ਉਹਨਾਂ ਤੇ ਪਰਚੇ ਦਰਜ ਹੋਏ ਆ, ਕੁਝ ਕਿਸਾਨ ਗ੍ਰਿਫਤਾਰ ਵੀ ਕੀਤੇ ਗਏ ਤੇ ਉਹਨਾਂ ਕਿਸਾਨਾਂ ਦੀ ਰਿਹਾਈ ਤੇ ਜਿਹੜੇ ਕਿਸਾਨਾਂ ਤੇ ਕੇਸ ਦਰਜ ਕੀਤੇ ਉਹਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਅਲਟੀਮੇਟਮ ਦਿੱਤਾ ਪੰਜਾਬ ਗਵਰਨਮੈਂਟ ਨੂੰ ਵੀ 8 ਤਰੀਕ ਤੱਕ ਤੁਸੀਂ ਇਹ ਸਾਰਾ ਕੁਝ ਕਰ ਲਓ, ਨਹੀਂ ਤਾਂ ਫਿਰ 8 ਤੋਂ ਬਾਅਦ ਅਸੀਂ ਕੋਈ ਨਵਾਂ ਐਕਸ਼ਨ ਜਿਹੜਾ ਪਲਾਨ ਕਰ ਸਕਦੇ ਹਾਂ। ਇਨ ਬਿਟਵੀਨ ਉਹ 5 ਸਤੰਬਰ ਵੀ ਲੰਘ ਜਾਣੀ ਹੈ ਜਿਹੜੀ ਮੁਜ਼ੱਫਰਨਗਰ ਦੇ ਵਿੱਚ ਮਹਾਪੰਚਾਇਤ ਹੈ। ਸੋ ਸਰਕਾਰ ਨੂੰ ਮੈਨੂੰ ਲੱਗਦਾ ਹੈ ਵੀ ਪੋਜ਼ਿਟਿਵਲੀ ਇੱਥੇ ਸੋਚਣਾ ਚਾਹੀਦਾ ਹੈ। ਸੁਖਬੀਰ ਬਾਦਲ ਨੇ ਕੱਲ ਕਿਹਾ ਵੀ ਇਹ ਜਿਹੜਾ ਲਾਠੀ ਚਾਰਜ ਹੋਇਆ ਜਾਂ ਜਿਹੜਾ ਟਕਰਾਅ ਹੋਇਆ ਉਹ ਅਸੀਂ ਥੋੜ੍ਹਾ ਕਰਵਾਇਆ, ਇਹ ਤਾਂ ਪੰਜਾਬ ਸਰਕਾਰ ਹੈ, ਪੰਜਾਬ ਦੀ ਪੁਲਿਸ ਹੈ, ਉਹਨੇ ਕਰਵਾਇਆ। ਕਿ ਸਵਾਲ ਉੱਠ ਵੀ ਰਹੇ ਨੇ ਪੰਜਾਬ ਗਵਰਨਮੈਂਟ ਦੇ ਉੱਤੇ, ਜਿਹਦਾ ਤੁਸੀਂ ਵੀ ਜ਼ਿਕਰ ਕੀਤਾ ਬਈ ਹਾਲੇ ਤੱਕ ਕਿਉਂ ਮਤਲਬ ਕਿਸਾਨਾਂ ਨਾਲ ਜਿਹੜਾ ਇਸ ਤਰ੍ਹਾਂ ਦਾ ਰਵੱਈਆ ਨਹੀਂ ਸੀ ਇਖਤਿਆਰ ਕੀਤਾ ਗਿਆ, ਤੇ ਹੁਣ ਕਿਉਂ ਅਚਾਨਕ ਹੀ ਜਦੋਂ ਸੁਖਬੀਰ ਬਾਦਲ ਦੀ ਮੋਗੇ ਵਾਲੀ ਰੈਲੀ ਸੀ ਤੇ ਪੁਲਿਸ ਦਾ ਇਹ ਰਵੱਈਆ ਸਾਡੇ ਸਾਹਮਣੇ ਆਇਆ। ਸਰਕਾਰ ਤੇ ਸਵਾਲ ਤਾਂ ਉੱਠ ਰਹੇ ਆ, ਇੱਕ ਪਾਸੇ ਸਰਕਾਰ ਕਿਸਾਨਾਂ ਨਾਲ ਸਮਝੌਤਾ ਕਰਦੀ ਹੈ ਜਿਹੜਾ ਗੰਨਾ ਕਾਸ਼ਤਕਾਰਾਂ ਦੇ ਮਾਮਲੇ ਦੇ ਵਿੱਚ, ਦੂਜੇ ਪਾਸੇ ਸਰਕਾਰ ਦੇ ਅੰਡਰ ਹੀ ਕੰਮ ਕਰਨ ਵਾਲੀ ਪੰਜਾਬ ਦੀ ਪੁਲਿਸ ਦਾ ਇਹ ਜ਼ਾਲਮ ਰੂਪ ਜਿਹੜਾ ਸਾਨੂੰ ਮੋਗੇ 'ਚ ਦਿਖਾਈ ਦਿੰਦਾ ਹੈ। ਸੋ 8 ਸਤੰਬਰ ਤੱਕ ਦਾ ਅਲਟੀਮੇਟਮ ਹੈ, ਸਰਕਾਰ ਨੂੰ ਇਹਦੇ ਤੇ ਐਕਸ਼ਨ ਚਾਉਣਾ ਹੀ ਪਏਗਾ, ਨਹੀਂ ਤਾਂ ਫਿਰ ਮੁਸ਼ਕਲ ਹੋਏਗੀ ਕੈਪਟਨ ਅਮਰਿੰਦਰ ਦੀ ਸਰਕਾਰ ਵਾਸਤੇ ਵੀ, ਕਿਉਂਕਿ ਕਿਸਾਨ ਜਿਹੜੇ ਆ ਕੋਈ ਨਵਾਂ ਐਕਸ਼ਨ ਪਲਾਨ ਕਰ ਸਕਦੇ ਆ। ਦੂਜਾ ਜਿਹੜਾ ਬਹੁਤ ਇੰਪੋਰਟੈਂਟ ਫੈਸਲਾ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਤੇ ਜਿਹੜਾ ਕਿਹਾ ਵਰਜਿਆ ਕਿਸਮ ਦਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਬਈ ਬੜਾ ਲੰਮਾ ਸਮਾਂ ਪਿਆ ਹਲੇ ਫਰਵਰੀ ਚੋਣ ਆਇਆ ਕਿ ਆਮ ਤੌਰ ਤੇ ਅਸੀਂ ਕੱਲ ਥੋੜਾ ਜ਼ਿਕਰ ਇੱਥੇ ਕੀਤਾ ਸੀ 2 ਮਹੀਨੇ ਪਹਿਲਾਂ ਬਹੁਤੀ ਫਿਜ਼ੀਕਲੀ ਐਕਟੀਵਿਟੀ ਸ਼ੁਰੂ ਹੁੰਦੀ ਹੈ, ਪਿੰਡਾਂ 'ਚ ਜਾਣ ਦਾ ਜਿਹੜਾ ਜਿਹੜੀਆਂ ਸਿਆਸੀ ਧਿਰਾਂ ਉਹ ਆਪਣਾ ਪ੍ਰੋਗਰਾਮ ਬਣਾਇਆ ਕਰਦੀਆਂ, ਪਰ ਬਹੁਤ ਕਾਹਲ ਪਈ ਹੋਈ ਹੈ ਸਾਡੇ ਪੋਲੀਟੀਕਲ ਪਾਰਟੀਆਂ ਨੂੰ ਇਲੈਕਸ਼ਨਸ ਦੀ, ਤੇ ਖਾਸ ਤੌਰ ਤੇ ਸੁਖਬੀਰ ਬਾਦਲ ਨੇ ਜਿਹੜਾ ਪ੍ਰੋਗਰਾਮ ਲੀਕ ਦਿੱਤਾ ਜਿਹਦਾ ਹਰ ਥਾਂ ਤੇ ਵਿਰੋਧ ਹੋਇਆ, ਪਰ ਉਹਦੇ ਬਾਵਜੂਦ ਵੀ ਉਹ ਲੱਗੇ ਹੋਏ ਸੀ। ਤੇ ਜਾਂ ਤਾਂ ਉਹ ਬੰਦ ਕਰ ਦੇਣ, ਨਹੀਂ ਤਾਂ ਫਿਰ ਮੁਸ਼ਕਲ ਸਥਿਤੀ ਬਣੇਗੀ। ਉਹਨਾਂ ਨੂੰ ਇਹ ਬੰਦ ਕਰਨੀ ਚਾਹੀਦੀ ਹੈ ਉਦੋਂ ਤੱਕ ਜਦੋਂ ਤੱਕ ਚੋਣ ਇਲੈਕਸ਼ਨ ਦਾ ਜਿਹੜਾ ਹੈ ਤਰੀਕਾ ਦਾ ਐਲਾਨ ਨਹੀਂ ਕਰ ਦਿੰਦਾ ਚੋਣ ਕਮਿਸ਼ਨ। ਕੀ ਕਾਹਤੇ ਕਾਹਲ ਮਚੀ ਹੋਈ ਹੈ, ਤੁਸੀਂ ਆਪਣਾ ਬਾਕੀ ਕੰਮ ਕਰ ਲਓ ਉਦੋਂ ਤੱਕ, ਜਿਹੜਾ ਵੀ ਤੁਸੀਂ ਤੁਹਾਡੇ ਕੋਲ ਇੰਨੇ ਸਾਧਨ ਨੇ ਉਹਨਾਂ ਸਾਧਨਾਂ ਰਾਹੀਂ ਜਿਹੜਾ ਚਾਹੇ ਸੋਸ਼ਲ ਮੀਡੀਆ ਆ ਜਾਂ ਬਾਕੀ ਸਾਧਨ ਨੇ ਉਹ ਵਰਤੋਂ, ਤੁਸੀਂ ਨੁੱਕੜ ਮੀਟਿੰਗਾਂ ਕਰ ਲਓ, ਛੋਟੀਆਂ ਮੀਟਿੰਗਾਂ ਕਰ ਲਓ। ਇਹ ਯਾਤਰਾ ਕੱਢਣ ਦੀ ਕੀ ਤੁੱਕ ਹੈ? ਉਸ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੀ ਯਾਤਰਾ 10 ਤਰੀਕ ਤੱਕ ਰੋਕ ਦਿੱਤੀ ਹੈ। ਸੁਖਬੀਰ ਬਾਦਲ ਬੈਕਫੁੱਟ ਤੇ ਆਏ ਨੇ ਇਸ ਮਾਮਲੇ ਤੇ, ਉਹਨਾਂ ਨੇ ਕਿਹਾ ਕਿ 10 ਤਰੀਕ ਤੱਕ ਅਸੀਂ ਇਹ ਯਾਤਰਾ ਹਾਲ ਫਿਲਹਾਲ ਪੋਸਟਪੋਨ ਕਰ ਰਹੇ ਹਾਂ, ਮੁਲਤਵੀ ਕਰ ਰਹੇ ਹਾਂ, ਵੀ ਜਿੱਥੇ ਕਿਤੇ ਵੀ ਅਸੀਂ ਜਾ ਰਹੇ ਹਾਂ ਸਾਡਾ ਵਿਰੋਧ ਹੋ ਰਿਹਾ, ਸਾਨੂੰ ਸਵਾਲ ਪੁੱਛੇ ਜਾ ਰਹੇ ਆ ਤੇ ਅਸੀਂ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਹਾਂ। ਜਿੱਥੇ ਸੰਯੁਕਤ ਕਿਸਾਨ ਮੋਰਚੇ ਵਾਲੇ ਕਹਿਣ ਅਸੀਂ ਉੱਥੇ ਆਉਣ ਨੂੰ ਤਿਆਰ ਹਾਂ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਹੈ, ਪਰ ਯਾਤਰਾ ਅਸੀਂ ਸੋ ਦਬਾਅ ਤਾਂ ਹੈ ਬਹੁਤ ਵੱਡਾ ਬਣ ਗਿਆ। ਸੰਯੁਕਤ ਕਿਸਾਨ ਮੋਰਚੇ ਦੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਉਹ ਤੋਂ ਪਹਿਲਾਂ ਹੀ ਵੈਸੇ ਫੈਸਲਾ ਹੋ ਗਿਆ ਸੀ, ਉਸ ਤੋਂ ਬਾਅਦ ਉਹਨਾਂ ਨੇ ਕੋਰ ਕਮੇਟੀ 'ਚ ਮੀਟਿੰਗ ਕੀਤੀ, ਉਹਦੇ 'ਚ ਗੱਲਾਂ ਕਹੀਆਂ। ਸੋ ਮੈਨੂੰ ਲੱਗਦਾ ਕਿ ਹੁਣ ਕਿਸਾਨਾਂ ਦਾ ਜਿਹੜਾ ਬਹੁਤਾ ਜਿਹੜਾ ਰਹੇਗਾ ਏਜੰਡਾ ਜਾਂ ਜਿਹੜਾ ਕੰਮ ਕਰਨ ਦਾ ਤਰੀਕਾ, ਉਹਨਾਂ ਨੂੰ ਵੀ ਸ਼ਾਇਦ ਬਦਲਵੇਂ ਰੂਪ ਦੇ ਵਿੱਚ ਬਹੁਤ ਕੁਝ ਕਰਨਾ ਪਏਗਾ ਤਾਂ ਜੋ ਕਿਸਾਨ ਜਥੇਬੰਦੀਆਂ ਤੇ ਕਿਸਾਨ ਲੀਡਰਸ਼ਿਪ ਤੇ ਵੀ ਸਵਾਲ ਨਾ ਉੱਠਣ। ਅਸੀਂ ਇੱਥੇ ਕੱਲ ਲੰਬੀ ਗੱਲਬਾਤ ਕੀਤੀ ਸੀ, ਅਸੀਂ ਉਹ ਗੱਲਾਂ ਦੁਹਰਾਉਣੀਆਂ ਨਹੀਂ ਚਾਹੁੰਦੇ। ਸੰਜਮ ਤੋਂ ਕੰਮ ਲੈਣਾ ਜ਼ਰੂਰੀ ਹੈ ਦੋਵਾਂ ਪਾਸਿਆਂ ਤੋਂ। ਪੋਲੀਟੀਕਲ ਕਲਾਸ ਤਾਂ ਜਿਹੜੀ ਹੈ ਆਪਣੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਨਜ਼ਰ ਰੱਖਦੀ ਹੁੰਦੀ ਹੈ, ਕੋਈ ਰਸਤਾ ਭਾਲਦੀ ਹੁੰਦੀ ਹੈ ਵੀ ਕਿਸੇ ਤਰੀਕੇ ਨਾਲ ਫੇਰ ਤੋਂ ਸੱਤਾ ਦੇ ਵਿੱਚ ਆਇਆ ਜਾ ਸਕੇ। ਉਹ ਆਪਣੇ ਢੰਗ ਨਾਲ ਲੱਗੇ ਹੋਏ ਆ ਤੇ ਪਿੱਛੇ ਪਰਦੇ ਦੇ ਪਿੱਛੇ ਕੀ ਹੋ ਰਿਹਾ, ਪੰਜਾਬ ਦੀ ਸਥਿਤੀ ਜਿਹੜੀ ਆ ਉਹਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਕਿਹੜੀਆਂ ਧਿਰਾਂ ਕਰ ਰਹੀਆਂ ਨੇ, ਚੋਣਾਂ ਨੂੰ ਅੱਗੇ ਪਾ ਦਿੱਤਾ ਜਾਏ ਇੱਦਾਂ ਦਾ ਨਜ਼ਰੀਆ ਰੱਖ ਕੇ ਕਿਹੜੀਆਂ ਧਿਰਾਂ ਕੰਮ ਕਰ ਰਹੀਆਂ ਨੇ, ਉਹ ਹੌਲੀ ਹੌਲੀ ਪਰਦੇ ਜਿਹੜੇ ਆ ਚੁੱਕੇ ਜਾ ਰਹੇ ਨੇ, ਜਿਹਦਾ ਜ਼ਿਕਰ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਕੀਤਾ। ਦਸਾਂਝ ਸਾਹਿਬ, ਇੱਕ ਹੋਰ ਖਬਰ ਜਿਹੜੀ ਆ ਉਹ ਸਾਰੀਆਂ ਅਖਬਾਰਾਂ ਨੇ ਵੀ ਸੁਰਖੀ ਬਣਾਈ ਆ ਔਰ ਹੋਰ ਵੀ ਕਈ ਜਗ੍ਹਾ ਤੇ ਚੱਲ ਰਹੀ ਆ ਕਿ ਰੁੱਦੂ ਸਿੰਘ ਮਾਨਸਾ ਨੇ 2-3 ਦਿਨ ਪਹਿਲਾਂ ਹੀ ਪੁਲਿਸ ਦੀ ਸੁਰੱਖਿਆ ਜਿਹੜੀ ਸੀ ਉਹਦੇ ਨਾਲ ਸਹਿਮਤੀ ਪ੍ਰਗਟ ਕੀਤੀ ਸੀ, 2 ਗਨਮੈਨ ਮਿਲੇ ਸੀ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਉਹ ਮੋਗਾ ਕਾਂਡ ਤੋਂ ਬਾਅਦ ਉਹਨਾਂ ਨੇ ਰੋਸ ਵਜੋਂ ਵਾਪਸ ਕੀਤੇ ਆ। ਕੀ ਵਾਕਿਆ ਇਸ ਤਰ੍ਹਾਂ ਖਬਰ ਹੈ ਜਾਂ ਇਸ ਗੱਲ ਦਾ ਵੀ ਕ੍ਰਿਟਿਸਿਜ਼ਮ ਸੀ ਕਿ ਕਿਸੇ ਕਿਸਾਨ ਆਗੂ ਨੂੰ ਪੁਲਿਸ ਦੀ ਸੁਰੱਖਿਆ ਨਹੀਂ ਲੈਣੀ ਚਾਹੀਦੀ, ਉਹਨਾਂ ਨੇ ਦੁਬਾਰਾ ਮੰਥਨ ਕਰਕੇ ਆਪਣੇ ਆਪ ਫੈਸਲਾ ਲਿਆ, ਜਾਂ ਕਿਸਾਨ ਯੂਨੀਅਨ ਦੀ ਲੀਡਰਸ਼ਿਪ ਨੇ ਉਹਨਾਂ ਨੂੰ ਕਿਹਾ ਹੋਵੇ
ਕਿ ਸੱਚਮੁੱਚ ਹੀ ਮੋਗੇ ਕਰਕੇ ਰੋਸ ਵਜੋਂ ਵਾਪਸ ਕੀਤੀ ਗਈ ਹੈ? ਅਸੀਂ ਇਹਦੇ ਤੇ ਆਪਣੀ ਰਾਏ ਦੇ ਚੁੱਕੇ ਸੀ ਕਿ ਜਿਸ ਤਰ੍ਹਾਂ ਦਾ ਅੰਦੋਲਨ ਹੈ, ਇਸ ਅੰਦੋਲਨ ਦੇ ਵਿੱਚ ਕਿਸਾਨ ਆਗੂ ਜਿਹੜੇ ਨੇ, ਉਹਨਾਂ ਦੇ ਜਿਹੜੇ ਸਾਥੀ ਨੇ ਵਲੰਟੀਅਰ ਦੇ ਤੌਰ ਤੇ ਉਹਨਾਂ ਦੇ ਨਾਲ ਰਹਿੰਦੇ ਨੇ, ਉਹੀ ਸੁਰੱਖਿਆ ਬਿਹਤਰ ਹੈ। ਜਿਹੜੀ ਸਰਕਾਰ ਤੋਂ ਕੋਈ ਸੁਰੱਖਿਆ ਲੈਣੀ ਕੋਈ ਬਹੁਤਾ ਚੰਗਾ ਫੈਸਲਾ ਨਹੀਂ, ਅਸੀਂ ਇਹ ਗੱਲ ਕਹੀ ਸੀ। ਅੱਜ ਰੋਡੂ ਸਿੰਘ ਮਾਨਸਾ ਨੇ ਇਹ ਗੱਲ ਕਹੀ ਹੈ ਸੁਰੱਖਿਆ ਆਪਣੀ ਵਾਪਸ ਕਰਦਿਆਂ ਹੋਇਆ, ਵੀ ਮੈਂ ਨਿੱਜੀ ਤੌਰ ਦੇ ਉੱਤੇ ਇਹ ਸੁਰੱਖਿਆ ਲੈਣ ਦੇ ਪਹਿਲੇ ਹੱਕ 'ਚ ਨਹੀਂ ਸੀ, ਤੇ ਮੈਂ ਜਦੋਂ ਮੈਨੂੰ ਆਫਰ ਹੋਈ ਤੇ ਮੈਂ ਲਿਖਤੀ ਤੌਰ ਦੇ ਉੱਤੇ ਉਹਦੇ ਤੋਂ ਇਨਕਾਰ ਵੀ ਕਰ ਦਿੱਤਾ ਸੀ, ਪਰ ਬਾਰ-ਬਾਰ ਜ਼ੋਰ ਦਿੱਤਾ ਜਾਂਦਾ ਰਿਹਾ ਅਧਿਕਾਰੀਆਂ ਵੱਲੋਂ ਕਿ ਨਹੀਂ, ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੀ ਸੁਰੱਖਿਆ ਬੜੀ ਜ਼ਰੂਰੀ ਹੈ। ਦੂਜਾ ਕਹਿੰਦਾ ਜਥੇਬੰਦੀ ਦੇ ਕੁਝ ਆਗੂਆਂ ਨੇ ਵੀ ਮੈਨੂੰ ਕਿਹਾ ਵੀ ਆਪਾਂ ਨੂੰ ਸੁਰੱਖਿਆ ਲੈਣੀ ਚਾਹੀਦੀ ਹੈ, ਤਾਂ ਮੈਂ ਉਹ ਸੁਰੱਖਿਆ ਲੈ ਲਈ ਸੀ। ਪਰ ਮੌਕੇ 'ਚ ਜੋ ਕੁਝ ਵੀ ਹੋਇਆ ਤੇ ਉਹ ਦੇਖ ਕੇ ਅਸੀਂ ਇਹ ਸਮਝਦੇ ਹਾਂ ਵੀ ਸਾਰੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਦਾ ਸੋਚਣ ਦਾ, ਕੰਮ ਕਰਨ ਦਾ ਤਰੀਕਾ ਇੱਕੋ ਜਿਹਾ ਹੈ। ਇਸ ਕਰਕੇ ਮੋਗੇ 'ਚ ਪੰਜਾਬ ਪੁਲਿਸ ਦੀ ਜਿਹੜੀ ਕਾਰਵਾਈ ਹੋਈ ਹੈ ਉਹਦੇ ਤੋਂ ਰੋਸ ਦੇ ਤੌਰ ਤੇ ਕਹਿੰਦੇ ਮੈਂ ਆਪਣੀ ਸੁਰੱਖਿਆ ਵਾਪਸ ਕਰਦਾ। ਸੋ ਇੱਕ ਦੁਬਿਧਾ ਤਾਂ ਪਹਿਲਾਂ ਵੀ ਸੀ ਮਨ ਦੇ ਵਿੱਚ, ਦੂਜਾ ਕ੍ਰਿਟੀਸਾਈਜ਼ ਵੀ ਹੋਇਆ ਲਾਜ਼ਮੀ ਤੌਰ ਦੇ ਉੱਤੇ, ਪਰ ਮੋਗਾ ਜਿਹੜਾ ਕਾਂਡ ਹੈ ਉਹਨੂੰ ਦੇਖ ਕੇ ਉਹਨੂੰ ਵਾਪਸ ਕਰਦਾ ਇੱਕ ਮੌਕਾ ਜਿਹੜਾ ਉਹਨਾਂ ਨੂੰ ਮਿਲ ਗਿਆ ਤੇ ਉਹਨਾਂ ਨੇ ਉਹ ਵਾਪਸ ਕਰ ਦਿੱਤੀ। ਪਰ ਮੋਗੇ ਕਾਂਡ ਤੋਂ ਪਹਿਲਾਂ ਹੀ 2-4 ਦਿਨ ਰਹੀ ਉਹਨਾਂ ਕੋਲ ਸੁਰੱਖਿਆ ਜੀ, ਉਹ ਪਹਿਲਾਂ ਹੀ ਪੱਕਾ ਇਨਕਾਰ ਕਰ ਦਿੰਦੇ ਤੇ ਸਟੈਂਡ 'ਚ ਰਹਿੰਦੇ ਤਾਂ ਸ਼ਾਇਦ ਜ਼ਿਆਦਾ ਉਹਨਾਂ ਦਾ ਕੱਦ ਹੋਰ ਉੱਚਾ ਹੁੰਦਾ। ਸੁਰੱਖਿਆ ਲੈਣੀ ਕੋਈ ਬਹੁਤਾ ਚੰਗਾ ਫੈਸਲਾ ਨਹੀਂ ਸੀ, ਵਾਪਸ ਕਰਤੀ ਹੈ, ਚੰਗੀ ਗੱਲ। ਦਸਾਂਝ ਸਾਹਿਬ, ਇੱਕ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਜਿਹੜੇ ਟੋਲ ਪਲਾਜ਼ੇ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਨੇ ਮਤਲਬ ਖੁਲਵਾਏ ਹੋਏ ਨੇ, ਸਮਝ ਲਓ ਕਿ ਟੋਲ ਪਲਾਜ਼ੇ ਬੰਦ ਕੀਤੇ ਨੇ, ਉਹ ਟੈਕਸ ਨਹੀਂ ਲਿਆ ਜਾ ਰਿਹਾ, ਰੋਡ ਟੈਕਸ ਉੱਥੇ, ਉਹਨੂੰ ਸਰਕਾਰ ਨੂੰ ਕਿਹਾ ਹੈ ਕਿ ਇਮੀਡੀਏਟਲੀ ਉਹਨੂੰ ਖੁਲਾ ਦਿੱਤਾ ਜਾਵੇ। ਕੀ ਇਹ ਸੰਭਵ ਹੈ ਇਸ ਹਾਲਾਤ ਦੇ ਵਿੱਚ ਕਿ ਕਿਸਾਨ ਜਥੇਬੰਦੀਆਂ ਨੂੰ ਉੱਥੋਂ ਮਜਬੂਰ ਕਰ ਦਿੱਤਾ ਜਾਊਗਾ ਕਿ ਉਹ ਟੋਲ ਪਲਾਜ਼ੇ ਪਹਿਲਾਂ ਦੀ ਤਰ੍ਹਾਂ ਜਿਹੜਾ ਟੋਲ ਟੈਕਸ ਆ ਲੱਗਣ ਦਿੱਤਾ ਜਾਵੇ ਤੇ ਉਹ ਉੱਥੋਂ ਹਟ ਜਾਣ? ਇਹ ਪੰਜਾਬ ਸਰਕਾਰ ਜਿਹੜਾ ਕੇਂਦਰ ਦਾ ਹੁਕਮ ਹੈ ਕਿ ਉਹਨੂੰ ਮੰਨੂਗੀ? ਦੇਖੋ, ਮੈਨੂੰ ਸ਼ੁਰੂ ਤੋਂ ਹੀ 2-3 ਖਤਰੇ ਰਹੇ ਨੇ ਟੋਲ ਪਲਾਜ਼ੇ ਦੇ ਹਵਾਲੇ ਨਾਲ। ਜੇ ਆਪਾਂ ਗੱਲ ਕਰਦੇ ਹਾਂ, ਪਿਛਲੇ ਜਦੋਂ ਤੋਂ ਟੋਲ ਪਲਾਜ਼ੇ ਫ੍ਰੀ ਕਰਵਾਏ ਨੇ ਕਿਸਾਨਾਂ ਨੇ, ਮੈਨੂੰ ਕਿਤੇ ਨਾ ਕਿਤੇ ਮੇਰੇ ਮਨ 'ਚ ਗੱਲ ਖਟਕਦੀ ਰਹੀ ਹੈ ਕਿ ਬਹੁਤੀ ਦੇਰ ਤੱਕ ਇਹ ਜਿਹੜੀ ਨਰਿੰਦਰ ਮੋਦੀ ਸਰਕਾਰ ਨੂੰ ਬਰਦਾਸ਼ਤ ਨਹੀਂ ਕਰੇਗੀ ਤੇ ਕੋਈ ਨਾ ਕੋਈ ਤਰੀਕਾ ਲੱਭੇਗੀ। ਤੇ ਇਹ ਸਾਰੀਆਂ ਗੱਲਾਂ ਰੀਕਨੈਕਟਡ ਨੇ। ਭਾਰਤੀ ਚੋਣ ਕਮਿਸ਼ਨ ਦਾ ਉੱਥੇ ਜਿਹੜਾ ਇੱਕ ਪਟੀਸ਼ਨ ਪਾਉਣੀ ਸੁਪਰੀਮ ਕੋਰਟ ਦੇ ਵਿੱਚ ਵੀ ਸਾਡਾ ਜਿਹੜਾ ਮਟੀਰੀਅਲ ਹੈ ਬਹੁਤਾ ਜਾਂ ਜ਼ਰੂਰੀ ਜਿਹੜਾ ਇਲੈਕਸ਼ਨ ਦੇ ਵਿੱਚ ਕੰਮ ਆਉਣਾ ਹੈ, ਵੋਟਿੰਗ ਮਸ਼ੀਨਾਂ ਨੇ ਉਸ ਤੱਕ ਪਈਆਂ ਨੇ ਜੀ, ਜੋ ਸਮੇਂ ਸਿਰ ਨਾ ਆਈਆਂ ਤਾਂ ਅਸੀਂ ਚੋਣਾਂ ਕਿੱਦਾਂ ਕਰਾਵਾਂਗੇ। ਫਿਰ ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਬਣ ਰਹੇ ਨੇ, ਇਹ ਬਹਾਨਾ ਵੀ ਆਉਣ ਵਾਲੇ ਸਮੇਂ 'ਚ ਬਣ ਸਕਦਾ ਕਿ ਹਾਲਾਤ ਜਿਹੜੇ ਆ ਚੋਣਾਂ ਵਾਲੇ ਨਹੀਂ ਹੈ। ਫਿਰ ਬਾਰਡਰ ਦੇ ਉੱਤੇ ਟੈਨਸ਼ਨ ਕਿਤੇ ਨਾ ਕਿਤੇ ਦਿਖਾਈ ਦਿੰਦੀ ਰਹਿੰਦੀ ਹੈ ਤੇ ਸਾਡੇ ਮੁੱਖ ਮੰਤਰੀ CRP ਦੀਆਂ ਕੰਪਨੀਆਂ ਮੰਗ ਲੈਂਦੇ ਆ। ਤੇ ਹੁਣ ਜਿਹੜਾ ਇਸ ਵੇਲੇ ਲੈਟਰ ਦਾ ਤੁਸੀਂ ਜ਼ਿਕਰ ਕੀਤਾ, ਇਹਦੀਆਂ ਤਾਰਾਂ ਵੀ ਕਿਤੇ ਨਾ ਕਿਤੇ ਜੁੜ ਗਈਆਂ। ਮੈਨੂੰ ਇਹ ਲੱਗਦਾ ਰਿਹਾ ਪਿਛਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਦਾ ਵਿਹਾਰ ਦਾ ਆਪਾਂ ਜ਼ਿਕਰ ਕਰ ਰਹੇ ਸੀ, ਪੰਜਾਬ ਪੁਲਿਸ ਦਾ ਵਿਹਾਰ ਕਿਸਾਨਾਂ ਦੇ ਪ੍ਰਤੀ ਉੱਦਾਂ ਨਹੀਂ ਹੈ ਜਿੱਦਾਂ ਆਮ ਜਿਹੜੇ ਲੜਦੇ ਲੋਕ ਨੇ, ਅਧਿਆਪਕ ਨੇ, ਕੁਝ ਹੋਰ ਲੋਕ ਨੇ, ਉਹਨਾਂ ਦਾ ਰੋਜ਼ ਪਟਾਪਾ ਹੁੰਦਾ, ਪਰ ਕਿਸਾਨਾਂ ਨਾਲ ਇੱਕ ਵਿਹਾਰ ਹੋਰ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਸੀ। ਟੋਲ ਪਲਾਜ਼ੇ ਬੰਦ ਪਏ ਤੇ ਮੈਨੂੰ ਲੱਗਦਾ ਰਿਹਾ ਕਿ ਕੇਂਦਰ ਸਰਕਾਰ ਇਹਦੇ ਤੇ ਕੋਈ ਐਕਸ਼ਨ ਕਰ ਸਕਦੀ ਹੈ। ਕੱਲ ਨੂੰ ਟੋਲ ਪਲਾਜ਼ਿਆਂ ਨੂੰ ਖੁਲਾਉਣ ਵਾਸਤੇ ਉਹ CRP ਦੀ ਵਰਤੋਂ ਵੀ ਕਰ ਸਕਦੀ ਹੈ, CRPF ਦੀ। ਇਹ ਖਤਰਾ ਬਰਕਰਾਰ ਹੈ ਹਾਲੇ ਵੀ। ਇਸ ਚਿੱਠੀ ਤੋਂ ਬਾਅਦ ਇਹ ਖਤਰਾ ਹੋਰ ਵਧਿਆ ਵੀ, ਕਿਉਂਕਿ ਸਰਕਾਰ ਜਿਹੜੀ ਪੰਜਾਬ ਗੌਰਮੈਂਟ ਸ਼ਾਇਦ ਉਹ ਸਖਤ ਫੈਸਲਾ ਨਹੀਂ ਕਰੇਗੀ ਵੀ ਮੋਗਾ ਵਾਲਾ ਜਿਹੜਾ ਕਾਂਡ ਵਾਪਰਿਆ ਉਸ ਤੋਂ ਬਾਅਦ ਤਾਂ ਹੋਰ ਜ਼ਿਆਦਾ ਸਰਕਾਰ ਨੂੰ ਸ਼ਾਇਦ ਚੌਕਸ ਰਹਿਣਾ ਪਏਗਾ, ਟਕਰਾਅ ਤੋਂ ਬਚੇਗੀ ਕਿਸਾਨਾਂ ਨਾਲ, ਚੋਣਾਂ ਸਿਰ ਤੇ ਹੈ। ਤੇ ਕਿਤੇ ਨਾ ਕਿਤੇ CRPF ਦੇ ਹਵਾਲੇ ਵੀ ਕੀਤਾ ਜਾ ਸਕਦਾ ਹੈ। ਤੇ ਇਸ ਤਰ੍ਹਾਂ ਦਾ ਹਵਾਲਾ ਦੇ ਕੇ ਦੇਖੋ ਜੀ, ਹੱਥੋਂ ਸਥਿਤੀ ਬਾਹਰ ਨਿਕਲ ਰਹੀ ਹੈ। ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਾਂ ਦੁਰਵਰਤੋਂ ਕਰਦਿਆਂ ਇੱਦਾਂ ਦਾ ਫੈਸਲਾ ਵੀ ਸਾਡੇ ਸਾਹਮਣੇ ਆ ਸਕਦਾ ਹੈ ਕਿ ਹੌਲੀ ਹੌਲੀ ਪੰਜਾਬ ਨੂੰ ਇਸ ਪਾਸੇ ਵੱਲ ਧੱਕ ਦਿੱਤਾ ਜਾਏ ਵੀ ਪੰਜਾਬ ਪੁਲਿਸ ਕੁਝ ਨਹੀਂ ਕਰ ਰਹੀ ਜੀ, ਇਸ ਕਰਕੇ CRPF ਦੀ ਭੇਜ ਦਿੱਤੀ ਜਾਵੇ। ਸੰਵਿਧਾਨਕ ਤੌਰ ਦੇ ਉੱਤੇ ਇਹ ਵਿਸ਼ੇਸ਼ ਹਾਲਤਾਂ ਦਾ ਜ਼ਿਕਰ ਕਰਕੇ ਭਾਰਤ ਦੀ ਸਰਕਾਰ ਇਹ ਕਰ ਸਕਦੀ ਹੈ।
ਇਹ ਖਤਰਾ ਬਰਕਰਾਰ ਹੈ। ਤੇ ਇਹਦਾ ਮਤਲਬ ਹੈ ਕਿ ਉਹ ਹੌਲੀ ਹੌਲੀ ਫਿਰ ਜਿਹੜਾ ਰਾਸ਼ਟਰਪਤੀ ਰਾਜ ਦੀ ਗੱਲ ਆਪਾਂ ਕਰ ਰਹੇ ਹਾਂ, ਤੇ ਕਿਉਂਕਿ ਇੱਕ ਦਿਖਾਈ ਵੀ ਦੇ ਰਿਹਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਸਮੇਤ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਵੀ ਦਿਖਾਈ ਦੇ ਰਿਹਾ ਵੀ ਸਾਡੀ ਹਾਲਤ ਪਤਲੀ ਹੈ। ਜਿਹੜੇ ਕੁਝ ਇਨੀਸ਼ੀਅਲ ਸਰਵੇ ਵੀ ਆਏ ਨੇ ਜਿਹੜੇ, ਉਹ ਆਪਣੀ ਥਾਂ ਦੇ ਉੱਤੇ ਉਹ ਵੀ ਦੱਸ ਰਹੇ ਆ ਲੋਕਪ੍ਰਿਯਤਾ ਵੀ ਘਟ ਗਈ ਹੈ ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 65% ਤੋਂ ਜਿਹੜੀ ਲੋਕਪ੍ਰਿਯਤਾ ਇੱਕ ਸਾਲ ਪਹਿਲਾਂ ਸੀ ਉਹ ਘਟ ਕੇ ਇਹਨਾਂ ਦੇ ਆਪਣੇ ਮੀਡੀਆ ਹਾਊਸ ਦੱਸ ਰਹੇ ਆ 24% ਰਹਿ ਗਈ। ਆਦਿੱਤਿਆ ਨਾਥ ਯੋਗੀ 49% ਤੋਂ 28% ਤੱਕ ਆ ਗਏ, ਇਹਨਾਂ ਦੇ ਆਪਣੇ ਮੀਡੀਆ ਹਾਊਸ ਦੱਸਦੇ ਨੇ। ਜਿਹੜਾ ਇਹਨਾਂ ਦਾ ਇੰਟਰਨਲ ਸਰਵੇ ਹੋਏਗਾ ਯੂਪੀ ਦਾ ਖਾਸ ਤੌਰ ਤੇ, ਉਹ ਵੀ ਇਹਨਾਂ ਨੂੰ ਦੱਸਦਾ ਹੋਏਗਾ ਕਿ ਇਹਨਾਂ ਦੀ ਜ਼ਮੀਨ ਖਿਸਕ ਰਹੀ ਹੈ। ਸੋ ਕੁਝ ਇਸ ਤਰ੍ਹਾਂ ਦੇ ਤਰੀਕੇ ਵਰਤ ਕੇ ਸਣੇ ਪੰਜਾਬ ਵਿੱਚ ਸ਼ਾਮਲ ਕਰਕੇ ਕੁਝ ਇੱਦਾਂ ਦਾ ਹੋ ਸਕਦਾ ਹੈ ਜਿਹੜਾ ਸ਼ਾਇਦ ਆਮ ਬੰਦੇ ਨੇ ਨਾ ਸੋਚਿਆ ਹੋਵੇ। ਇਹ ਖਤਰੇ ਜਿਹੜੇ ਆ ਬਰਕਰਾਰ। ਦਸਾਂਝ ਸਾਹਿਬ, ਉਹਦਾ ਕਿਹਾ ਜਾਂਦਾ ਹੈ ਕਿ ਸਾਰੇ ਭਾਰਤ ਵਿੱਚ 664 ਦੇ ਕਰੀਬ ਨੇ ਟੋਲ ਪਲਾਜ਼ੇ, ਜਿਨ੍ਹਾਂ 'ਚ ਸਭ ਤੋਂ ਵੱਧ 91 ਇਕੱਲੇ ਰਾਜਸਥਾਨ 'ਚ ਨੇ, ਤੇ 12 ਟੋਲ ਪਲਾਜ਼ੇ ਜਿਹੜੇ ਆ ਉਹ ਹਰਿਆਣੇ 'ਚ ਪੈਂਦੇ ਆ, ਜਿਹੜੇ ਦਸੰਬਰ ਤੋਂ ਲੈ ਕੇ 2020 ਦਸੰਬਰ ਤੋਂ ਬੰਦ ਹੈ। ਇੱਕ ਦਿਨ ਦਾ 3.39 ਕਰੋੜ ਰੁਪਏ ਦਾ ਨੁਕਸਾਨ ਇਕੱਲੇ ਹਰਿਆਣੇ 'ਚ ਹੋ ਰਿਹਾ। ਤੇ ਪੰਜਾਬ ਦੇ 17 ਟੋਲ ਪਲਾਜ਼ੇ ਤੇ ਹੈਗੇ ਨੇ, ਜਿਹੜੀ ਅਸੀਂ ਕਹਿੰਦੇ ਆ ਜਿਹੜੀ ਨੈਸ਼ਨਲ ਰੋਡ ਵਾਲੀ ਅਥਾਰਟੀ ਉਹਨਾਂ ਦੇ, ਤੇ 15 ਪੰਜਾਬ ਸਰਕਾਰ ਦੇ ਆਪਣੇ ਵੀ ਨੇ। ਆਪਾਂ ਨੂੰ ਪਤਾ ਪਿੱਛੇ ਜੇ ਪੰਜਾਬ ਸਰਕਾਰ ਨੇ ਇੰਫਰਾਸਟ੍ਰਕਚਰ ਬੋਰਡ ਬਣਾਇਆ ਸੀ ਤੇ ਬਹੁਤ ਸਾਰੀਆਂ ਸੜਕਾਂ ਦਾ ਨਿਰਮਾਣ ਉਹ ਰੋਹਨ ਰਾਜਦੀਪ ਵਗੈਰਾ ਕੰਪਨੀਆਂ ਕੋਲੋਂ ਕਰਵਾਇਆ ਸੀ। 15 ਟੋਲ ਪਲਾਜ਼ੇ ਉਹਨਾਂ ਦੇ ਵੀ ਨੇ। ਕੀ ਇਹ ਜਿਹੜੇ ਟੋਲ ਪਲਾਜ਼ੇ ਇਕੱਲੇ ਪੰਜਾਬ ਤੇ ਹਰਿਆਣੇ 'ਚ ਬੰਦ ਨੇ, ਜਾਂ ਰਾਜਸਥਾਨ ਵਾਲੇ 91 ਟੋਲ ਪਲਾਜ਼ੇ ਵੀ ਬੰਦ ਨੇ? ਰਾਜਸਥਾਨ ਦੇ ਵਿੱਚ ਟੋਲ ਪਲਾਜ਼ੇ ਬੰਦ ਦੀ ਕੋਈ ਖਬਰ ਨਹੀਂ ਹੈ। ਉੱਥੇ ਅੰਦੋਲਨ ਉਸ ਰੂਪ ਦੇ ਵਿੱਚ ਹੈ ਵੀ ਨਹੀਂ ਮਜ਼ਬੂਤ ਜਿੱਦਾਂ ਪੰਜਾਬ ਤੇ ਹਰਿਆਣੇ ਦੇ ਵਿੱਚ ਹੈ। ਇਹ ਲੈਟਰ ਬਾਰੇ ਵੀ ਹਾਲੇ ਖਬਰ ਇਹ ਨਹੀਂ ਸਾਹਮਣੇ ਆ ਰਹੀ ਵੀ ਇਕੱਲਾ ਪੰਜਾਬ ਗਵਰਨਮੈਂਟ ਨੂੰ ਲੈਟਰ ਲਿਖਿਆ ਜਾਂ ਹਰਿਆਣੇ ਨੂੰ ਵੀ ਲਿਖਿਆ। ਹਰਿਆਣੇ 'ਚ ਬੀਜੇਪੀ ਦੀ ਗਵਰਨਮੈਂਟ ਹੈ। ਯੂਪੀ ਦੇ ਵਿੱਚ ਵੀ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਸ਼ਾਇਦ 5 ਸਤੰਬਰ ਨੂੰ ਹੋ ਸਕਦਾ ਹੈ ਜੇ ਇਸ ਪਾਸੇ ਵੱਲ ਨੂੰ ਗੱਲ ਵਧੀ ਤਾਂ। ਪਰ ਟਕਰਾਅ ਦੀ ਸਥਿਤੀ, ਜੇ ਹੁਣ ਲੈਟਰ ਦਾ ਕੀ ਜਵਾਬ ਦਿੰਦੇ ਨੇ, ਪੰਜਾਬ ਗਵਰਨਮੈਂਟ ਕੀ ਜਵਾਬ ਦਿੰਦੀ ਹੈ ਕੇਂਦਰ ਸਰਕਾਰ ਨੂੰ, ਇਹਦੇ ਤੇ ਵੀ ਮਨਸਰ ਕਰਦਾ ਕਿ ਟਕਰਾਅ ਦੀ ਸਥਿਤੀ ਰਹਿਣੀ ਹੈ। ਕੇਂਦਰ ਤੇ ਸਟੇਟ ਦੇ ਆਪਸੀ ਟਕਰਾਅ ਵੀ ਪੋਸੀਬਲ ਹੈਗੇ ਇਹਦੇ ਤੇ ਇਹ ਦੇਖਣਾ ਪਏਗਾ ਵੀ ਕਿਵੇਂ ਕੇਂਦਰ ਸਰਕਾਰ। ਦੂਜੀ ਗੱਲ ਹੈ 850 ਕਰੋੜ ਰੁਪਏ ਕਹਿੰਦੇ ਸਾਨੂੰ ਘਾਟਾ ਪੈ ਗਿਆ। 850 ਕਰੋੜ ਦਾ ਜਿਹੜਾ ਆਪਣਾ ਘਾਟਾ ਗਣਾ ਰਹੇ ਨੇ, ਅਸਲ ਦੇ ਵਿੱਚ ਜਿਹੜਾ ਹਿੱਟ ਤਾਂ ਉਹਨਾਂ ਦਾ ਚੂਨਾ ਹੈ ਜਿਹਨਾਂ ਨੂੰ ਇਹ ਠੇਕਾ ਦਿੱਤਾ ਹੋਇਆ। ਜਿਹੜੇ ਟੋਲ ਪਲਾਜ਼ਾ ਦੇ ਠੇਕੇ ਜਿਹੜੇ ਜਿਸ ਕੰਪਨੀ ਦੇ ਕੋਲ ਆ, ਤਕਲੀਫ ਤਾਂ ਉਹ ਜ਼ਿਆਦਾ ਆ। ਸੋ ਇਹਦੇ ਤੇ ਮੈਨੂੰ ਲੱਗਦਾ ਕੋਈ ਐਕਸ਼ਨ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ। ਗ੍ਰਹਿ ਮੰਤਰਾਲੇ ਵੱਲੋਂ ਕੋਈ ਨਾ ਕੋਈ ਸ਼ਾਇਦ ਕੋਈ ਨਵੀਂ ਵਿਧੀ ਕੱਢੀ ਜਾ ਸਕਦੀ, ਜਿਹਦਾ ਮੈਂ ਜ਼ਿਕਰ ਕੀਤਾ। ਇਹ ਮੈਂ ਪਿਛਲੇ 1 ਸਾਲ ਤੋਂ ਸੋਚ ਰਿਹਾ ਸੀ ਏਦਾਂ ਵੀ ਏਦਾਂ ਪੋਸੀਬਿਲਿਟੀ ਬਣ ਸਕਦੀ ਹੈ। ਸੋ ਸਰਕਾਰ ਪੰਜਾਬ ਗਵਰਨਮੈਂਟ ਨੂੰ ਵੀ ਬਹੁਤ ਜ਼ਿਆਦਾ ਤਹੱਮਲ ਤੋਂ ਕੰਮ ਲੈਣਾ ਪਏਗਾ ਤੇ ਦੇਖਣਾ ਪਏਗਾ ਕਿ ਕਿਵੇਂ ਸਾਰੀ ਚੀਜ਼ ਨੂੰ ਸਾਰਟ ਆਊਟ ਕਰਦਾ ਹੈ। ਤੇ ਦੂਜੀ ਗੱਲ ਹੈ ਕਿ ਕੇਂਦਰ ਸਰਕਾਰ ਜੇ ਏਦਾਂ ਹੀ ਟਕਰਾਅ ਦੇ ਮੋੜ 'ਚ ਰਹਿਣਾ ਚਾਹੁੰਦੀ ਹੈ ਤੇ ਇਸ ਬਹਾਨੇ ਦੇ ਨਾਲ ਫਿਰ ਤੋਂ ਵੱਖ-ਵੱਖ ਸੂਬਿਆਂ ਦੇ ਵਿੱਚ ਉਹ ਰਿਵਾਈਵ ਕਰਨਾ ਚਾਹੁੰਦੀ ਹੈ ਤੇ ਹੋਣਾ ਨਹੀਂ ਹੈ। ਮੈਂ ਅੱਗੇ ਵੀ ਕਹਿੰਦਾ ਕਿ ਇਹ ਜਿਹੜਾ ਅੰਦੋਲਨ ਹੈ, ਇਸ ਅੰਦੋਲਨ ਨੇ ਟੋਟਲ ਜਿਹੜੇ ਸਾਡੇ ਭਾਰਤ ਦੇ ਜਿਹੜੇ ਸਿਆਸੀ ਸਮੀਕਰਨ ਬਦਲੇ ਆ ਉੱਤਰੀ ਭਾਰਤ ਦੇ ਖਾਸ ਤੌਰ ਦੇ ਉੱਤੇ, ਤੇ ਇਹਨੂੰ ਏਦਾਂ ਟੈਗਲ ਕੀਤਾ ਜਾਏਗਾ ਜੇ ਇਹਦਾ ਹੱਲ ਕਰਨ ਦੀ ਥਾਂ ਦੇ ਉੱਤੇ, ਤਾਂ ਫਿਰ ਇਹਦਾ ਨੁਕਸਾਨ ਜਿੰਨਾ ਹੁਣ ਦਿਖਾਈ ਦੇ ਰਿਹਾ ਇਹਦੇ ਤੋਂ ਕਿਤੇ ਜ਼ਿਆਦਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਨੂੰ। ਦਸਾਂਝ ਸਾਹਿਬ, ਇੱਕ ਖਬਰ ਜਿਹੜੀ ਆ ਉਹ ਦਿੱਲੀ ਵਿਧਾਨ ਸਭਾ ਤੋਂ ਲਾਲ ਕਿਲੇ ਤੱਕ ਕੋਈ ਸੁਰੰਗ ਮਿਲੀ ਆ। ਵਿਧਾਨ ਸਭਾ ਦੀ ਸਾਰੀ ਤੇ ਬਾਅਦ ਚ ਹੋਈ ਹੋਏਗੀ, ਪਰ ਲਾਲ ਕਿਲੇ ਦੀ ਤੇ ਬੜੀ ਪੁਰਾਣੀ ਉਸਾਰੀ ਆ। ਇਹ ਸੁਰੰਗ ਦੀ ਖਬਰ ਜਿਹੜੀ ਹੈ ਕਿਸ ਤਰ੍ਹਾਂ ਆ? ਇਸ ਤਰ੍ਹਾਂ ਦੀ ਸੁਰੰਗਾਂ ਦੀ ਖਬਰ ਅਕਸਰ ਆਉਂਦੀ ਰਹਿੰਦੀ ਆ। ਕਿਹਾ ਜਾਂਦਾ ਕਿ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਸਾਰੇ ਸਥਾਨ ਇੱਕ ਦੂਜੇ ਥਾਂ ਸੁਰੰਗ ਨਾਲ ਜੁੜੇ ਹੋਏ ਆ। ਪਿਛਲੇ ਦਿਨੀ ਦਰਬਾਰ ਸਾਹਿਬ ਤੋਂ ਵੀ ਇਦਾਂ ਦੀ ਖਬਰ ਆ ਰਹੀ ਸੀਗੀ, ਔਰ ਹਰਗੋਬਿੰਦਪੁਰ ਦੇ ਕਿਲੇ ਤੋਂ ਲੱਗ ਕੇ ਰਾਮਬਾਗ ਵਾਲਾ ਕਿਲਾ ਜਾਂ ਫਿਰ ਉੱਥੋਂ ਲਾਹੌਰ ਤੱਕ ਦੀਆਂ ਵੀ ਸੁਣਦੇ ਆ ਕਿ ਇਹਦੇ ਉੱਤੇ ਜਿਹੜਾ ਡਿਪਾਰਟਮੈਂਟ ਪੁਰਾਤਨ ਵਿਭਾਗ ਵਾਲਾ ਉਹ ਪੂਰੀ ਤਰ੍ਹਾਂ ਜਿਹੜੀ ਆ ਉਹ ਕਰਕੇ ਇਹਦੀ ਛਾਣਬੀਣ ਤੇ ਦੱਸ ਨਹੀਂ ਸਕਦਾ ਕਿ ਕੀ ਸੁਰੰਗਾਂ ਵਾਕਿਆ ਹੈ ਜਾਂ ਨਹੀਂ। ਲੋਕਾਂ 'ਚ ਕਈ ਤਰ੍ਹਾਂ ਦੇ ਭਰਮ ਨੇ, ਤੇ ਜੇ ਹੈ ਨੇ ਤੇ ਉਹ ਦੁਬਾਰਾ ਕਲੀਨ ਕਰਕੇ ਉਹਨਾਂ ਨੂੰ ਲੋਕਾਂ ਦੇ ਦੇਖਣ ਲਈ ਇੱਕ ਕਿਸਮ ਦਾ ਟੂਰਿਜ਼ਮ ਦਾ ਸਾਧਨ ਵੀ ਬਣ ਸਕਦਾ ਹੈ, ਤੇ ਜਾਂ ਫਿਰ ਉਹਨਾਂ ਨੂੰ ਬੰਦ ਕਰਨ ਦਾ ਵੀ ਕੋਈ ਹੋ ਸਕਦਾ। ਯਾਨੀ ਕਿ ਲੋਕ ਭੰਬਲ ਭੂਸੇ ਜਿਹੇ ਰਹਿੰਦੇ ਨੇ ਵੀ ਸੁਰੰਗਾਂ ਕਿਉਂ, ਕਦੋਂ ਤੇ ਕਿਵੇਂ ਬਣੀਆਂ ਨੇ। ਇਹਦੇ ਬਾਰੇ ਕੋਈ ਮਤਲਬ ਜਾਣਕਾਰੀ ਸਾਫ਼ ਤੌਰ ਤੇ ਸਾਹਮਣੇ ਨਹੀਂ ਆਉਂਦੀ।
ਜਦੋਂ ਇਦਾਂ ਦੀ ਖਬਰ ਆਉਂਦੀ ਹੈ ਤੇ ਸਾਡੇ ਸਫ਼ਰ ਦੇ ਵਿੱਚ ਉਹ ਸੁਰੰਗ ਜਿਹੜੀ ਘੁੰਮਣ ਲੱਗ ਪੈਂਦੀ ਹੈ। ਹਾਂਜੀ ਜਦੋਂ ਇਹ ਖਬਰ ਆਈ ਕਿ ਵਿਧਾਨ ਸਭਾ 'ਚ ਸੁਰੰਗ ਮਿਲੀ ਤੇ ਉਹ ਸੁਰੰਗ ਜਿਹੜੀ ਹੈ ਜੀ ਉਹ ਸੀਕ੍ਰੇਟ ਰਸਤਾ ਸੀ ਲਾਲ ਕਿਲੇ ਤੱਕ ਦਾ, ਤੇ ਜਿਹੜੀ ਬਰਤਾਨਵੀ ਹਕੂਮਤ ਸੀ ਉਹ ਜਿਹੜੇ ਸਾਡੇ ਫਰੀडम ਫਾਈਟਰ ਸੀ ਉਹਨਾਂ ਨੂੰ ਇੱਧਰੋਂ ਉੱਧਰ ਕਰਨ ਦੇ ਵਿੱਚ ਉਹ ਸੁਰੰਗ ਦੀ ਵਰਤੋਂ ਕਰਦੀ ਸੀ। ਤਾਂ ਸਫ਼ਰ ਦੇ ਵਿੱਚ ਸੁਰੰਗ ਜੀ ਘੁੰਮਣ ਲੱਗ ਪੈਂਦੀ ਆ। ਫਿਲਮਾਂ ਜਿਹੜੀਆਂ ਆਪਾਂ ਦੇਖੀਆਂ ਹੋਣਗੀਆਂ ਉਹਦੇ 'ਚ ਜਿਹੜੀਆਂ ਸੁਰੰਗਾਂ ਜਿਹੜੀਆਂ ਦੇਖਦੇ ਆਪਾਂ ਤੇ ਐਂ ਲੱਗਦਾ ਵੀ ਅਸੀਂ ਉਹ ਸੁਰੰਗ ਦੇਖ ਰਹੇ ਹਾਂ। ਪਰ ਬਾਅਦ ਵਿੱਚ ਉਹ ਸਪੀਕਰ ਸਾਹਿਬ ਜਿਹੜੇ ਨੇ ਵਿਧਾਨ ਸਭਾ ਦੇ ਮਿਸਟਰ ਗੋਇਲ, ਉਹਨਾਂ ਨੇ ਸਪਸ਼ਟ ਕੀਤਾ ਕਿ ਉਹ ਸੁਰੰਗ ਦਾ ਹਾਲੇ ਪ੍ਰਵੇਸ਼ ਦਵਾਰ ਜਿਹੜਾ ਆ ਨਾ ਉਹੀ ਦੇਖਿਆ, ਉਹੀ ਮਿਲਿਆ, ਤੇ ਬਾਕੀ ਉਹ ਸੁਰੰਗ ਜਿਹੜੀ ਆ ਉਹਦੀ ਖੁਦਾਈ ਨਹੀਂ ਸ਼ੁਰੂ ਕੀਤੀ। ਜਿਹੜੀ ਸੁਰੰਗ ਹੈ ਮਤਲਬ ਇੱਕ ਕਿਸਮ ਦੀ ਪੂਰੀ ਜਾ ਚੁੱਕੀ ਹੈ। ਤੇ ਨਾਲ ਉਹਨਾਂ ਨੇ ਦੱਸਿਆ ਵੀ ਇਸ ਕਰਕੇ ਇਹਦੀ ਖੁਦਾਈ ਹੋ ਸਕਦੀ ਵੀ ਜਿਹੜੀ ਅਸੀਂ ਮੈਟਰੋ ਦਾ ਜਿਹੜਾ ਸਾਰਾ ਪ੍ਰਬੰਧ ਕੀਤਾ ਹੈ ਦਿੱਲੀ ਦੇ ਵਿੱਚ, ਮੈਟਰੋ ਆ ਜਾਂ ਬਾਕੀ ਚੀਜ਼ਾਂ ਕੀਤੀਆਂ, ਉਹਦੇ ਨਾਲ ਉਹ ਸੁਰੰਗ ਤਬਾਹ ਹੋ ਗਈ ਹੋਏਗੀ। ਸੋ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਪੁਰਾਤਤਵ ਵਿਭਾਗ ਹੋਵੇ ਜਾਂ ਜਿਹਨਾਂ ਦੀ ਇਹ ਡਿਊਟੀ ਹੈ, ਜੇ ਨਵੀਆਂ ਕੰਸਟਰਕਸ਼ਨਸ ਕਰਦਿਆਂ ਹੋਇਆ ਕਿਤੇ ਕੋਈ ਚਿੰਨ੍ਹ ਮਿਲਦੇ ਆ ਤੇ ਉਹਦੇ ਤੇ ਧਿਆਨ ਦੇਣ ਦੀ ਥਾਂ ਤੇ ਦਬਾ ਦਬ ਉਹਨੂੰ ਫੂਕ ਕੇ ਤੇ ਤੁਸੀਂ ਉੱਤੇ ਉਹ ਸਾਰੀਆਂ ਕਰ ਦਿੰਦੇ ਹੋ। ਜਿਹੜਾ ਹਿਸਟੋਰੀਕਲੀ ਕੋਈ ਚੀਜ਼ ਜੇ ਪਈ ਹੈ ਤੁਹਾਡੇ ਕੋਲ, ਤੁਹਾਨੂੰ ਉਹਦੇ ਚਿੰਨ੍ਹ ਦਿਖਾਈ ਦੇ ਰਹੇ ਆ ਤੇ ਉਸ ਤੇ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਉਹਦੇ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਨਵੇਂ ਫੈਕਟ ਮਿਲ ਸਕਦੇ ਆ। ਤੇ ਪਰ ਨਹੀਂ, ਉਹ ਸਾਰਾ ਕੁਝ ਉਹ ਪੂਰੀ ਜਾ ਚੁੱਕੀ ਹੈ ਤੇ ਉਹਦੀ ਖੁਦਾਈ ਵੀ ਨਹੀਂ ਕਰਵਾਈ ਜਾ ਸਕਦੀ। ਬਾਕੀ ਤਾਂ ਦਿੱਲੀ ਦੀ ਗਵਰਨਮੈਂਟ ਹੁਣ ਦੇਖੇਗੀ। ਪਰ ਉਹਨਾਂ ਨੇ ਕਿਹਾ ਇਹ ਹੈ ਕਿ ਉਹ ਜਦੋਂ ਜਿਹੜੀ ਮੈਟਰੋ ਵਗੈਰਾ ਬਣੀ ਦਿੱਲੀ ਦੇ ਵਿੱਚ ਉਦੋਂ ਪੂਰੀ ਗਈ ਹੋਈ। ਸਮਾਂ ਤਾਂ ਆਪਣਾ ਹੋ ਗਿਆ। ਦਸਾਂਝ ਸਾਹਿਬ, ਨਿਊਜ਼ੀਲੈਂਡ ਦੀ ਖਬਰ ਤੁਸੀਂ ਭੇਜੀ ਸੀ। ਨਿਊਜ਼ੀਲੈਂਡ ਬੜਾ ਸ਼ਾਂਤ ਮੁਲਕ ਮੰਨਿਆ ਜਾਂਦਾ ਤੇ ਉੱਥੋਂ ਦੀ ਪ੍ਰਾਈਮ ਮਿਨਿਸਟਰ ਨੇ ਪਿਛਲੇ ਦਿਨੀ ਬਹੁਤ ਉਹਨਾਂ ਦੀ ਪ੍ਰੇਜ਼ ਹੋਈ ਸੀ ਜਦੋਂ ਇੱਕ ਮਸਜਿਦ ਦੇ ਵਿੱਚ ਕੋਈ ਬੰਬ ਵਗੈਰਾ ਜਾਂ ਇਦਾਂ ਦੀ ਘਟਨਾ ਕੀਤੀ। ਬੰਬ ਤੇ ਨਹੀਂ ਸੀ, ਗੋਲੀਆਂ ਚਲਾ ਕੇ ਮਾਰੇ ਗਏ ਸੀ ਕੁਝ ਲੋਕ। ਤੇ ਹੁਣ ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਵੀ IS ਦਾ ਦਖਲ, ਉੱਥੇ ਛੁਰੇਬਾਜ਼ੀ ਦੀ ਘਟਨਾ ਹੋਈ ਆ ਤੇ ਜਿਹੜੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਕਿਹਾ ਕਿ ਇਹਦੇ ਪਿੱਛੇ IS ਜਿਹੜੀ ਆ ਉਹ ਹੋ ਸਕਦੀ ਹੈ। ਪਹਿਲਾਂ ਤਾਂ ਇਸੇ ਤਰ੍ਹਾਂ ਦੀ ਖਬਰ ਆਈ ਸੀ, ਇੱਕੋ ਵਿਅਕਤੀ ਸੀ ਉਹ ਜਿਹਨੇ ਛੁਰੇਬਾਜ਼ੀ ਕਰਕੇ 6 ਬੰਦੇ ਜ਼ਖਮੀ ਕੀਤੇ, 3 ਦੀ ਹਾਲਤ ਕਾਫੀ ਸੀਰੀਅਸ ਹੈ। ਤੇ ਪਹਿਲਾਂ ਤਾਂ ਇਹੀ ਖਬਰ ਆਈ ਸੀ ਵੀ ਹਾਂ ਇਹ ਇੱਕ ਰੈਂਡਮ ਘਟਨਾ ਹੈਗੀ ਹੈ। ਪਰ ਬਾਅਦ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਹ ਗੱਲ ਕਹੀ ਹੈ ਕਿ ਇਹ ਘਟਨਾ ਪ੍ਰੇਰਿਤ ਹੋ ਸਕਦੀ ਹੈ। ਉਹਨੇ ਇਹ ਤਾਂ ਨਹੀਂ ਕਿਹਾ ਕਿ ਇਹ IS ਵੱਲੋਂ ਹੀ ਅੰਜਾਮ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਉਹਦੇ ਤੋਂ ਪ੍ਰੇਰਿਤ ਹੋ ਸਕਦੀ ਹੈ। ਸੋ ਕਿਉਂਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਅੰਨ੍ਹੇਵਾਹ ਫਾਇਰਿੰਗ ਹੋਈ ਸੀ ਮਸਜਿਦ ਦੇ ਵਿੱਚ, ਬੜੇ ਲੋਕ ਮਾਰੇ ਗਏ ਸੀ। ਇਹ ਦੂਜੀ ਘਟਨਾ ਇਸ ਕਿਸਮ ਦੀ ਹੈ। ਇੱਕ ਸ਼ਾਂਤ ਮੁਲਕ ਦੇ ਵਿੱਚ, ਆਕਲੈਂਡ ਦੇ ਵਿੱਚ, ਇੱਕ ਛੋਟੇ ਕਸਬੇ ਦੇ ਵਿੱਚ ਇਹ ਘਟਨਾ ਵਾਪਰੀ ਹੈ। ਤੇ ਖਤਰਾ ਤਾਂ ਹੈ ਬਰਕਰਾਰ, ਦੁਨੀਆ ਭਰ ਦੇ ਵਿੱਚ ਖਤਰਾ ISI ਦਾ ਹੈ। ਤੇ ਇਸ ਪਾਸੇ ਵੱਲ ਨੂੰ ਜਦੋਂ ਕੋਈ ਗੱਲਾਂ ਜਾਂਦੀਆਂ ਨੇ ਤਾਂ ਸਵਾਲ ਤਾਂ ਉੱਠਣੇ ਲਾਜ਼ਮੀ ਹੁੰਦੇ ਆ। ਨਿੱਕਾ ਜਿਹਾ ਬਹੁਤ ਥੋੜੀ ਆਬਾਦੀ ਵਾਲਾ ਮੁਲਕ ਹੈ, ਨੀਅਰ ਅਬਾਊਟ 46 ਲੱਖ ਦੀ ਆਬਾਦੀ ਹੈ। ਤੇ ਆਕਲੈਂਡ ਜਿਹੜਾ ਉਹਨਾਂ ਦਾ ਸਭ ਤੋਂ ਜ਼ਿਆਦਾ ਬਿਜ਼ੀ ਸ਼ਹਿਰ ਹੈ ਨਿਊਜ਼ੀਲੈਂਡ ਦਾ। ਬਾਕੀ ਨਿਊਜ਼ੀਲੈਂਡ ਦੇ ਵਿੱਚ ਉਸ ਤਰ੍ਹਾਂ ਦਾ ਨਹੀਂ ਹੈ ਜਿਵੇਂ ਆਕਲੈਂਡ 'ਚ ਹੈ। ਤੇ ਉੱਥੇ ਇਦਾਂ ਦੀਆਂ ਘਟਨਾਵਾਂ ਦਾ ਵਾਪਰਨਾ ਲਾਜ਼ਮੀ ਤੌਰ ਤੇ ਉੱਤੇ ਚਿੰਤਾ ਤਾਂ ਪੈਦਾ। ਸੋ ਦਸਾਂਝ ਸਾਹਿਬ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਪਾਵਾਂਗੇ ਸਾਂਝ। ਕਾਫੀ ਸਾਰੀਆਂ ਖਬਰਾਂ ਦੇ ਉੱਤੇ ਸਾਨੂੰ ਭਰਪੂਰ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ।